ਵਾਹਿਗੁਰੂ 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 ਸ਼੍ਰੀ ਵਾਹਿਗੁਰੂ 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 ਸਤਨਾਮ ਸ਼੍ਰੀ ਵਾਹਿਗੁਰੂ 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 ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਧ ਦਇਆਲ ਏਕ ਅੱਖਰ ਹਰ ਮਨ ਵਸਤ ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਦਿਲ ਹੋ ਮੁਹੱਬਤ ਜਨ ਸੇ ਸੱਚਿਆ ਜਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆਂ ਰਤੇ ਇਸ਼ਕ ਖੁਦਾਏ ਰਤੇ ਇਸ਼ਕ ਖੁਦਾਏ ਰੰਗ ਦਿਦਾਰ ਕੇ ਵਿਸਰਿਆ ਜਿਨ ਨਾਮ ਸੇ ਭੋਏ ਪਾਰ ਪੀਏ ਆਪ ਲਿਏ ਲੜ ਲਾਏ ਆਪ ਲਿਏ ਲੜ ਲਾਏ ਦਰਦ ਰਵੇਸ ਸੇ ਤੈਨ ਧਨ ਜਣ ਦੀ ਮਾਓ ਆਏ ਸਫਲ ਸੇ ਪਰਵਤਗਾਰ ਅਪਾਰ ਅਗੰਮ ਬੇਅੰਤ ਤੋਂ ਜਿਨੀ ਪਛਾਤਾ ਸੱਚ ਚੁੰਮਾ ਪੈਰ ਮੂੰ ਤੇਰੀ ਪਨ ਹੈ ਖੁਦਾਏ ਤੇਰੀ ਪਨ ਹੈ ਖੁਦਾਏ ਤੇਰੀ ਪਨ ਹੈ ਖੁਦਾਏ ਤੂੰ ਬਖਸ਼ੰਦਗੀ ਸੇਖ ਭਰੀ ਕੈ ਖੈਰ ਦੀਜੈ ਬੰਦਗੀ ਪਾਵਣਾ ਜੀ ਸਾਨੂੰ ਖੈਰ ਬੰਦਗੀ ਦਾ ਪਾਵਣਾ ਜੀ ਸਾਨੂੰ ਖੈਰ ਬੰਦਗੀ ਦਾ ਭਾਵਨਾ ਜੀ ਖੈਰ ਬੰਦਗੀ ਦਾ ਭਾਵਨਾ ਜੀ ਸਾਨੂੰ
ਖੈਰ ਬੰਦਗੀ ਦਾ। ਜੀ ਪਾਵਨਾ ਜੀ ਸਾਨੂੰ ਖੈਰ ਬੰਦਗੀ ਦਾ। ਪਾਵਨਾ ਜੀ ਸਾਨੂੰ ਖੈਰ ਬੰਦਗੀ ਦਾ। ਪਾਵਨਾ ਜੀ ਖੈਰ ਬੰਦਗੀ ਦਾ। ਪਾਵਨਾ ਜੀ ਸਾਨੂੰ 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 ਖੈਰ ਬੰਦਗੀ ਦਾ। 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 ਖੈਰ ਬੰਦਗੀ ਦਾ ਸਾਨੂੰ ਖੈਰ ਬੰਦਗੀ ਦਾ। ਖੈਰ ਬੰਦਗੀ ਦਾ। ਖੈਰ ਬੰਦਗੀ ਦਾ। ਖੈਰ ਬੰਦਗੀ ਦਾ। ਖੈਰ ਬੰਦਗੀ। ਖੈਰ ਬੰਦਗੀ ਦਾ। 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 ਓ ਖੈਰ ਬੰਦਗੀ ਦਾ। ਖੈਰ ਬੰਦਗੀ ਦਾ। ਖੈਰ ਬੰਦਗੀ ਦਾ। ਖੈਰ ਬੰਦਗੀ ਦਾ। ਜੀ ਖੈਰ ਬੰਦਗੀ ਦਾ। ਖੈਰ ਬੰਦਗੀ ਦਾ। ਖੈਰ ਬੰਦਗੀ ਦਾ। ਜੀ ਖੈਰ ਬੰਦਗੀ ਦਾ। 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 ਜੀ ਖੈਰ ਬੰਦਗੀ ਦਾ। ਖੈਰ ਬੰਦਗੀ ਦਾ। ਖੈਰ ਬੰਦਗੀ ਦਾ। ਜੀ ਖੈਰ ਬੰਦਗੀ ਦਾ। ਸਤਿਗੁਰੂ ਜੀ ਸਾਨੂੰ ਖੈਰ ਬੰਦਗੀ ਦਾ। ਪਾਇਓ ਸਤਿਗੁਰੂ ਜੀ ਸਾਨੂੰ ਖੈਰ ਬੰਦਗੀ ਦਾ। ਪਾਇਓ ਸਤਿਗੁਰੂ ਜੀ ਸਾਨੂੰ ਖੈਰ ਬੰਦਗੀ ਦਾ। ਪਾਇਓ ਸਤਿਗੁਰੂ ਜੀ ਸਾਨੂੰ ਖੈਰ ਬੰਦਗੀ ਦਾ। ਦਿਨ ਤੁਧ ਹੋਰ ਦੇ ਮੰਗਣਾ। ਦਿਨ ਦੁਖਾ ਸਿਰ ਦੁਖਾ ਤੈ ਦੁਖ
ਸਿਰ ਦੁਖਾ ਕੈ ਦੁਖ ਦੇ ਨਾਮ ਦੇਹ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ ਬਿਸਰ ਨਾਹੀ ਦਾਤਾਰ ਬਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ ਗੁਣ ਗਵਾ ਦਿਨ ਰਾਤ ਗੁਣ ਗਵਾ ਦਿਨ ਰਾਤ ਨਾਨਕ ਚਾਉ ਹੋ ਹਰ ਕੇ ਸੇਵਕ ਜੋ ਹਰ ਪਾਏ ਤਿਨ ਕੀ ਕਥਾ ਨਿਰਾਈ ਦੇ ਆਵੇ ਨ ਆਵੇ ਜਾਵੇ ਕਬਹੂ ਮਰਤੇ ਪਰ ਬ੍ਰਹਮ ਸੰਗਾਰੀ ਰੇ ਜਨਮ ਮਰਨ ਲੋ ਮੈਂ ਨਾਹੀ ਜਨ ਪਰ ਪੁਕਾਰੀ ਆਏ ਜੀ ਦਾਨ ਦੇ ਭਗਤੀ ਲਾਇਣ ਜੀ ਦਾਨ ਦੇ ਭਗਤੀ ਲਾਇਣ ਹਰ ਚੋ ਲੈਣ ਮਿਲਾਏ ਹਰ ਚੋ ਲੈਣ ਲੈਣ ਮਿਲਾਏ ਸੱਚਾ ਅੰਮ੍ਰਿਤ ਕੀ ਪਾਤਸ਼ਾਹੀ ਸੱਚੇ ਤੇਤੀ ਰਾਤੇ ਸੱਚਾ ਸੁਖ ਦੀ ਸਖੀ ਵਡਿਆਈ ਤੇ ਦਿਨ ਜਾਤੇ ਅੱਖਾਂ ਫੇਰੀ ਪਾਣੀ ਤੋਂ ਹਰ ਜਨ ਤੈ ਪੀਸਣ ਪੀਸ ਕਮਾਵਾ ਨਾਨਕ ਕੀ ਨਾਨਕ ਕੀ ਪ੍ਰਭ ਬਹੁਤ ਬੇਨੰਤੀ ਨਾਨਕ ਕੀ ਪ੍ਰਭ ਬਹੁਤ ਬੇਨੰਤੀ ਤੇਰੇ ਜਨ
ਚਿਤ ਆਵੇ, ਮਿਲਿਓ ਨਾ ਪਿਆਰਿਆਂ ਨੂੰ, ਦੀਨਾ ਮਿਲਿਆ ਤੇਰਾ ਨਾਮ ਚਿਤ ਆਵੇ, ਮਿਲਿਓ ਨਾ ਪਿਆਰਿਆਂ ਨੂੰ, ਦੀਨਾ ਮਿਲਿਆ ਤੇਰਾ ਨਾਮ ਚਿਤ ਆਵੇ, ਮਿਲਿਓ ਨਾ ਪਿਆਰਿਆਂ ਨੂੰ, ਮਿਲਿਆ ਤੇਰਾ ਨਾਮ ਚਿਤ ਆਵੇ, ਮਿਲਿਓ ਨਾ ਪਿਆਰਿਆਂ ਨੂੰ। ਜਿਨਾ ਮਿਲਿਆ ਤੇਰਾ ਨਾਮ ਚਿਤ ਆਵੇ, ਮਿਲਿਓ ਨਾ ਪਿਆਰਿਆਂ ਨੂੰ, ਜਿਨਾ ਮਿਲਿਆ ਤੇਰਾ ਨਾਮ ਚਿਤ ਆਵੇ, ਮਿਲਿਓ ਨਾ ਪਿਆਰਿਆਂ ਨੂੰ, ਜਿਨਾ ਮਿਲਿਆ ਤੇਰਾ ਨਾਮ ਚਿਤ ਆਵੇ, ਮਿਲਿਓ ਨਾ ਪਿਆਰਿਆਂ ਨੂੰ, ਮਿਲਿਆ ਤੇਰਾ ਨਾਮ ਚਿਤ ਆਵੇ, ਮਿਲਿਓ ਨਾ ਪਿਆਰਿਆਂ ਨੂੰ, ਮਿਲਿਓ ਨਾ ਜੀ ਵਾਹ ਵਾਹ ਮਿਲਿਓ ਨਾ ਜੀ ਪਿਆਰਿਆਂ ਨੂੰ, ਮਿਲਿਓ ਨਾ ਜੀ ਪਿਆਰਿਆਂ ਨੂੰ, ਹਾਂ ਮਿਲਿਓ ਨਾ ਜੀ ਪਿਆਰਿਆਂ ਨੂੰ, 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 ਹਾਂ ਮਿਲਿਓ ਨਾ ਜੀ ਪਿਆਰਿਆਂ ਨੂੰ, ਮਿਲਿਓ ਨਾ ਜੀ ਪਿਆਰਿਆਂ ਨੂੰ। ਜਿਨਾ ਮਿਲਿਆ ਤੇਰਾ ਨਾਮ ਚਿਤ ਆਵੇ, 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 ਮਿਲਿਓ ਨਾ ਪਿਆਰਿਆਂ ਨੂੰ, ਜਿਨਾ ਮਿਲਿਆ ਤੇਰਾ ਨਾਮ ਚਿਤ ਆਵੇ, ਮਿਲਿਓ ਨਾ ਪਿਆਰਿਆਂ ਨੂੰ, ਜਿਨਾ ਮਿਲਿਆ ਤੇਰਾ ਨਾਮ ਚਿਤ ਆਵੇ, ਮਿਲਿਓ ਨਾ ਪਿਆਰਿਆਂ ਨੂੰ, ਜਿਨਾ ਮਿਲਿਆ ਤੇਰਾ ਨਾਮ ਚਿਤ ਆਵੇ, ਮਿਲਿਓ ਨਾ ਪਿਆਰਿਆਂ ਨੂੰ। ਅਵਜਲ ਧਾਰਨ ਹਾਰ ਨਾਨਕ ਨਾਮ ਪਿਆਰ, ਸਤਿਗੁਰਾਂ ਦੀ ਸਾਜੀ ਨਿਵਾਜੀ, ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ, ਆਪ ਜਿਤਨੇ ਵੀ ਮਾਈ ਭਾਈ
ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕਿਰਪਾ ਦਾ ਸਦਕਾ ਲਗਾਤਾਰ 3 ਦਿਨਾਂ ਤੋਂ ਪੂਰਨ ਬ੍ਰਹਮ ਗਿਆਨੀ ਤਤ ਵੇਤੇ ਰਾਜੇ ਜੋਗੀ ਮਹਾਂਪੁਰਖ ਧੰਨ ਧੰਨ ਸ਼੍ਰੀ ਮਾਨ ਸੰਤ ਬਾਬਾ ਈਸਰ ਸਿੰਘ ਜੀ ਰਾੜਾ ਸਾਹਿਬ ਮਹਾਂਪੁਰਖਾਂ ਦੀ 47ਵੀਂ ਮਿੱਠੀ ਯਾਦ ਮਨਾਉਂਦੇ ਹੋਏ ਅੱਜ ਆਖਰੀ ਦਿਨ ਦੇ ਸਮਾਗਮ ਦੇ ਵਿੱਚ ਹਾਜ਼ਰੀਆਂ ਲਵਾਉਣ ਵਾਸਤੇ ਪਹੁੰਚ ਰਹੇ ਹੋ ਸਾਰੇ ਮਾਈ ਭਾਈ ਬੱਚੇ ਵੀਰ ਬਜ਼ੁਰਗ ਵੱਡੇ ਭਾਗਾਂ ਵਾਲਿਓ ਉੱਤਮ ਕਰਮਾਂ ਵਾਲਿਓ ਤਕਰੀਬਨ 11:30 ਵੱਜ ਰਹੇ ਨੇ ਤੇ ਸੰਗਤ ਅਜੇ ਤੱਕ ਗੁਰੂ ਦਰਬਾਰ ਵਿੱਚ ਨਹੀਂ ਪਹੁੰਚੀ। ਇੱਕ ਘਾਟ ਹੈ ਆਪਣੇ ਵਿੱਚ ਕਿ ਕਿਤਨੇ ਸਮੇਂ ਤੋਂ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਪਏ ਔਰ ਭੋਗਾਂ ਤੋਂ ਬਾਅਦ ਕਵਿਸ਼ਰੀ ਜਥੇ ਨੇ ਬੱਚੀਆਂ ਨੇ ਗੁਰੂ ਦਾ ਜਸ ਗਾ ਕੇ ਆਪਣਾ ਸਮਾਂ ਸਫਲਾ ਕੀਤਾ ਹੈ। ਥੋੜਾ ਜਿਹਾ ਸਮਾਂ ਬਾਕੀ ਰਹਿ ਗਿਆ। ਇਹ ਵੀ ਇਸੇ ਤਰ੍ਹਾਂ ਬੀਤ ਜਾਣਾ, ਮੁੜ ਕੇ ਅਗਲੇ ਸਾਲ ਕਿਤੇ ਮੇਲ ਮਿਲਾਪ ਹੋਏਗਾ। ਜਿਹੜਾ ਸਮਾਂ ਬੀਤ ਜਾਂਦਾ ਉਹ ਮੁੜ ਕੇ ਹੱਥ ਨਹੀਂ ਆਉਂਦਾ ਤੇ ਸਮਾਂ ਕਿਸੇ ਦੀ ਲਿਹਾਜ਼ ਨਹੀਂ ਕਰਦਾ। ਟਾਈਮ ਜਿਹੜਾ ਵਕਤ ਹੈ ਇਹ ਕਿਸੇ ਦੀ ਲਿਹਾਜ਼ ਨਹੀਂ ਕਰਦਾ, ਇਹਨੇ ਆਪਣੀ ਚਾਬੀ ਚੱਲਦੇ ਜਾਣਾ। ਆਪਾਂ ਸੋਚਦੇ ਆ ਵੀ ਉਹ ਟਾਈਮ ਨਾਲ ਚੱਲਾਂਗੇ, ਸਮਾਪਤੀ ਤੇ ਚੱਲਾਂਗੇ, ਨੇੜੇ ਤੇ ਜਾ ਕੇ ਆਪਾਂ ਚਾਹੁੰਦੇ ਆ ਸਮਾਂ ਬਚ ਜੇ, ਅਸੀਂ ਬਹੁਤਾ ਸਮਾਂ ਨਾ ਬੈਠੀਏ ਗੁਰੂ ਕੋਲ, ਪਰ ਸਮਾਂ ਬਚਦਾ ਨਹੀਂ, ਸਮਾਂ ਤਾਂ ਬਰਬਾਦ ਹੋ ਰਿਹਾ ਹੈ, ਸਮਾਂ ਵਿਅਰਥ ਜਾ ਰਿਹਾ ਹੈ। ਗੁਰਬਾਣੀ ਦੇ ਵਚਨ ਨੇ ਵਕਤ ਵਿਚਾਰੇ ਸੋ ਬੰਦਾ ਹੋਏ। ਜਿਹੜਾ ਸਮੇਂ ਦੀ ਵਿਚਾਰ ਕਰੇ ਉਹਨੂੰ ਬੰਦਾ ਮੰਨਿਆ ਸੰਸਾਰ ਵਿੱਚ। ਬੰਦੇ ਸੇ ਜੇ ਪਵ ਹੈ ਵਿੱਚ ਬੰਦੀ, ਵੇਖਣ ਕਾ ਦੀਦਾਰ। ਜਿਹੜੇ ਬੰਦੇ ਬੰਦਗੀ ਕਰਦੇ ਨੇ, ਭਗਤੀ ਕਰਦੇ ਆ, ਜਿਹੜੇ ਨਾਮ ਜਪਦੇ ਨੇ, ਉਹਨਾਂ ਬੰਦਿਆਂ ਦਾ ਸੰਸਾਰ ਵਿੱਚ ਆਉਣਾ ਸਫਲਾ ਹੈ। ਉਹੀ ਬੰਦੇ ਮੰਨੇ ਗਏ। ਆਦਮੀ ਹਮ ਆਦਮੀ ਹਾਂ ਇੱਕਦਮੀ, ਮੋਹਲਤ ਬਹੁਤ ਨਾ ਜਾਣਾ। ਜੇ ਆਪਾਂ ਨੂੰ ਦਮ ਸਾਹ ਆ ਰਿਹਾ ਹੈ ਤਾਂ ਆਪਾਂ ਆਦਮੀ ਆ। ਜੇ ਸਾਹ ਨਾ ਆਵੇ ਫੇਰ ਦਮ ਨਾ ਆਵੇ, ਮੁੜ ਕੇ ਮੁਰਦਿਆਂ ਦੀ ਲਿਸਟ ਵਿੱਚ ਚਲੇ ਜਾਵਾਂਗੇ, ਮਰਿਆਂ ਦੀ। ਪਰਮੇਸ਼ਰ ਨੇ ਕਿਰਪਾ ਕੀਤੀ ਹੈ, ਸਾਨੂੰ ਸੁੰਦਰ ਕੰਚਨ ਵਰਗੇ ਸਰੀਰ ਦਿੱਤੇ ਹੈ। ਤੁਰਨ ਵਾਸਤੇ ਮਹਾਰਾਜ ਨੇ 2 ਪੈਰ ਲਾਏ ਆ, ਦੇਖਣ ਵਾਸਤੇ ਅੱਖਾਂ, ਕੰਮ ਕਰਨ ਵਾਸਤੇ ਕਿਰਿਆ ਸੰਭਾਲਣ ਵਾਸਤੇ ਹੱਥ ਦਿੱਤੇ ਪਰਮਾਤਮਾ ਨੇ। ਔਰ ਇਸ ਤਰ੍ਹਾਂ ਗੁਰੂ ਦੇ ਗੁਣ ਗਾਉਣ ਵਾਸਤੇ, ਭੋਜਨ ਪ੍ਰਸ਼ਾਦਾ ਛਕਣ ਵਾਸਤੇ ਰੱਬ ਨੇ ਦਿੱਤੀ ਹੈ ਜ਼ੁਬਾਨ।
ਜਿਹੜੇ ਤਾਂ ਆਪਣੇ ਸਰੀਰ ਨੂੰ ਸਫਲਾ ਕਰਦੇ ਐ, ਸਮੇਂ ਨਾਲ ਗੁਰੂ ਦੀ ਹਾਜ਼ਰੀ, ਗੁਰੂ ਦੀ ਸੇਵਾ ਕਰਦੇ ਆ, ਉਹ ਤਾਂ ਮਹਾਰਾਜ ਕਹਿੰਦੇ ਭਾਈ ਮੰਗਣੀ ਵਾਲੇ ਪਰਿਵਾਰ ਨੇ, ਉਹਨਾਂ ਦਾ ਸੰਸਾਰ ਵਿੱਚ ਆਉਣਾ ਸਫਲਾ ਹੈ। ਗੁਰਬਾਣੀ ਦੇ ਵਚਨ ਜਨਮ ਮਰਨ ਦੋਹੂ ਮੈਂ ਨਾਹੀ, ਜਨ ਪਰਉਪਕਾਰੀ ਆਏ ਆਏ। ਜਿਹੜੇ ਜੰਮਣ ਮਰਨ ਤੋਂ ਰਹਿਤ ਹੁੰਦੇ, ਸਾਡੇ ਵਾਂਗ ਜੰਮਦੇ ਨਹੀਂ, ਕਿਉਂਕਿ ਆਪਾਂ ਜਨਮ ਲਿਆ ਰੋਂਦਿਆਂ ਨੇ ਤੇ ਰੋਂਦੇ ਹੀ ਚਲੇ ਜਾਵਾਂਗੇ, ਰੋਂਦਿਆਂ ਨਹੀਂ ਮਰ ਜਾਣਾ ਆਪਾਂ। ਪਰ ਇੱਕ ਸੰਤ ਇਹੋ ਜਿਹੇ ਹੁੰਦੇ ਆ ਜਿਹੜੇ ਸੰਸਾਰ ਵਿੱਚ ਆਉਂਦੇ ਨੇ ਸੰਸਾਰ ਦਾ ਭਲਾ ਕਰਨ ਵਾਸਤੇ, ਤੇ ਜਾਂਦੇ ਸੰਸਾਰ ਦਾ ਭਲਾ ਕਰਕੇ। ਕਿਉਂ ਪਰਮਾਤਮਾ ਉਹਨਾਂ ਨੂੰ ਆਪ ਭੇਜਦਾ ਹੈ। ਹੁਣ ਜਿਹੜੇ ਅਫਸਰ ਦੀ ਡਿਊਟੀ ਹੈੱਡਕੁਆਟਰ ਤੋਂ ਲੱਗੀ ਹੋਵੇ, ਜਿੱਥੇ ਉਹਨੂੰ ਖੜਾਤਾ ਉੱਥੇ ਖੜਨਾ ਪੈਣਾ। ਜਿਹੜੇ ਇਲਾਕੇ ਵਿੱਚ ਜਿਹੜੀ ਥਾਂ ਡਿਊਟੀ ਲਾਗੀ ਉੱਥੇ ਕਰਨੀ ਪਏਗੀ, ਕਿਉਂਕਿ ਹੈੱਡਕੁਆਟਰ ਦਾ ਹੁਕਮ ਹੈ, ਮੰਨਣਾ ਪੈਂਦਾ ਹੈ। ਇਸੇ ਤਰ੍ਹਾਂ ਪਰਮਾਤਮਾ ਨੇ, ਅਕਾਲ ਪੁਰਖ ਵਾਹਿਗੁਰੂ ਨੇ ਸਾਧੂ ਸੰਤਾਂ ਦਾਨਾਂ ਪੁਰਖਾਂ ਦੀਆਂ ਡਿਊਟੀਆਂ ਲਾ ਕੇ ਭੇਜੀਆਂ। ਕਿਸੇ ਸੰਤ ਦੀ ਕਿਸੇ ਇਲਾਕੇ ਵਿੱਚ ਡਿਊਟੀ ਹੈ, ਕਿਸੇ ਦੀ ਕਿਸੇ ਇਲਾਕੇ ਵਿੱਚ ਹੈ। ਕਿਸੇ ਸੰਤ ਨੂੰ ਨਾਮ ਜਪਣ ਦੀ ਮਹਾਰਾਜ ਨੇ ਦਾਤ ਦੇ ਕੇ ਭੇਜਿਆ ਵੀ ਨਾਮ ਜਪਣਾ ਤੇ ਜਪਾਉਣਾ। ਕਿਸੇ ਸੰਤ ਦੀ ਡਿਊਟੀ ਲਾਈ ਹੈ ਸੇਵਾ ਕਰਨੀ ਤੇ ਕਰਾਉਣੀ। ਕਿਸੇ ਸੰਤ ਦੀ ਡਿਊਟੀ ਪਰਮਾਤਮਾ ਨੇ ਲਾਈ ਹੈ ਕਥਾ ਕੀਰਤਨ ਕਰਨਾ ਤੇ ਸੰਗਤਾਂ ਨੂੰ ਗੁਰੂ ਨਾਲ ਜੋੜਨਾ। ਤੇ ਕਿਸੇ ਸੰਤ ਦੀ ਕਿਸੇ ਤਰੀਕੇ ਨਾਲ ਡਿਊਟੀ ਲਾਈ ਹੈ ਪਰਮਾਤਮਾ ਨੇ। ਸੰਤ ਸਮੂਹ ਅਨੇਕ ਮਤੀ ਕੇ, ਸੰਤ ਬਹੁਤੇ ਮਤ ਦੇ ਨੇ। ਕੋਈ ਸੰਨਿਆਸੀ ਹੈ, ਕੋਈ ਬ੍ਰਾਹਮਣ ਹੈ, ਕੋਈ ਜੰਗਮ ਹੈ, ਕੋਈ ਸਰੇਵੜਾ ਹੈ, ਕੋਈ ਉਦਾਸੀ ਹੈ, ਕੋਈ ਨਿਰਮਲਾ ਹੈ। ਬਹੁਤੀਆਂ ਸੰਪਰਦਾਵਾਂ, ਬਹੁਤੀਆਂ ਮਤ ਨੇ। ਮਤ ਕਹਿੰਦੇ ਸੰਪਰਦਾ ਨੂੰ ਟਕਸਾਲ ਕਹਿ ਲੋ, ਪਰ ਕੰਮ ਸਾਰਿਆਂ ਦਾ ਇੱਕੋ ਹੀ ਹੈ, ਗੁਰੂ ਨਾਲ ਜੋੜਨਾ। ਕੋਈ ਸੇਵਾ ਕਰਵਾ ਕੇ ਗੁਰੂ ਨਾਲ ਜੋੜ ਦਿੰਦਾ ਹੈ, ਕੋਈ ਨਾਮ ਜਪ ਜਪਾ ਕੇ ਗੁਰੂ ਨਾਲ ਜੋੜ ਦਿੰਦਾ, ਕੋਈ ਕਥਾ ਕੀਰਤਨ ਕਰਕੇ ਗੁਰੂ ਨਾਲ ਜੋੜਦਾ ਹੈ। ਇਹ ਸੰਤਾਂ ਦਾ ਮਾਰਗ ਹੈ। ਕਬੀਰ ਸੇਵਾ ਕੋ ਦੋਏ ਭਲੇ, ਏਕ ਸੰਤ ਇੱਕ ਰਾਮ। ਪਰਮਾਤਮਾ ਵੀ ਚੰਗਾ, ਰੱਬ ਵੀ ਚੰਗਾ ਹੈ, ਭਲਾ ਹੈ। ਤੇ ਜਿਹੜੇ ਪਰਮਾਤਮਾ ਦੇ ਭੇਜੇ ਸੰਤ ਨੇ ਇਹ ਵੀ ਚੰਗੇ ਨੇ। ਸੰਤ ਵੀ ਭਲੇ ਨੇ। ਭਲਾ ਕਰਨ ਵਾਲਾ ਭਲਾ ਹੀ ਹੁੰਦਾ ਹੈ ਤੇ ਮਾੜਾ ਕਰਨ ਵਾਲਾ ਮਾੜਾ ਹੀ ਹੁੰਦਾ ਹੈ। ਉਹ ਜਿਹੜੇ ਸੰਤ ਨੇ ਇਹ ਭਲੇ ਨੇ ਤੇ ਪਰਮਾਤਮਾ ਤੇ ਹੈ ਹੀ ਭਲਾ। ਰਾਮ ਜੋ ਦਾਤਾ ਮੁਕਤ ਕਾਉ, ਸੰਤ ਜਪਾਵੇ ਨਾਮ। ਨਾਮ। ਰਾਮ ਨੇ, ਪਰਮਾਤਮਾ ਨੇ ਜੀਵ ਦਾ ਭਲਾ ਕਰਨਾ, ਮੁਕਤੀ ਕਰਨੀ ਹੈ। ਪਰ ਮੁਕਤੀ ਹੋਏਗੀ ਕਿਵੇਂ? ਜੇ ਸੰਤਾਂ ਦੀ ਸੰਗਤ ਕਰਾਂਗੇ, ਜੇ ਮਹਾਂਪੁਰਖਾਂ ਦੇ ਬਚਨ ਸੁਣਾਂਗੇ, ਕਥਾ ਕੀਰਤਨ ਸੁਣਾਂਗੇ, ਮੁਕਤੀ ਤਾਂ ਹੋਣੀ ਹੈ, ਭਲਾ ਤਾਂ ਹੋਏਗਾ ਵਰਨਾ। ਜੇ ਬੰਦਾ ਸੋਚੇ ਨਾ ਵੀ ਮੈਂ ਤਾਂ ਘਰੇ ਬਹਿ ਕੇ ਨਾਮ ਜਪ ਲੈਂਦਾ, ਮੈਂ ਤਾਂ ਘਰੇ ਬਹਿ ਕੇ
ਸਾਡੇ ਤਾਂ ਘਰੇ ਲੱਗੀ ਹੈ LED ਟੀਵੀ ਲੱਗਿਆ, ਕੇਬਲ ਲੱਗੀ ਹੈ। ਅਸੀਂ ਤਾਂ ਸਿੱਧਾ ਦਰਬਾਰ ਸਾਹਿਬ ਤੋਂ ਸੁਣਦੇ ਹਾਂ ਕੀਰਤਨ। ਸਾਡੇ ਤਾਂ ਘਰੇ ਸਾਰਾ ਦਿਨ ਕੀਰਤਨ ਚੱਲਦਾ ਟੀਵੀ ਤੇ। ਹੁਣ ਭਾਵੇਂ 24 ਘੰਟੇ ਟੀਵੀ ਲਾ ਕੇ ਰੱਖੋ, ਹੈ ਤਾਂ ਬਾਣੀ ਸਤਿਕਾਰਯੋਗ, ਪਰ ਜਿਸ ਦੁਆਰਾ ਜਿਸ ਦੇ ਜ਼ਰੀਏ ਆਪਾਂ ਬਾਣੀ ਸੁਣਦੇ ਹਾਂ ਨਾ, ਵੀ ਕਿਤੇ ਟੀਵੀ ਨਿਹਾਲ ਹੋ ਗਿਆ ਹੋਵੇਗਾ। ਕਦੇ ਸੁਣਿਆ ਵੀ LED ਦੇ ਟੀਵੀ ਦੇ ਭਾਗ ਜਾ ਕੇ ਘੰਟਾ 2 ਘੰਟੇ ਬਾਣੀ ਸੁਣੀ, ਮੁੜ ਕੇ ਨਾਟਕ ਚੇਟਕ ਦੇਖੀ ਚੱਲੋ। ਉੱਥੇ ਗੁਰੂ ਰਾਮਦਾਸ ਮਹਾਰਾਜ ਦੇ ਦਰਸ਼ਨ ਦੇ ਦਰ ਦੇ ਦਰਸ਼ਨ, ਉਸੇ ਟੀਵੀ ਤੇ ਮੁੜ ਕੇ ਫਿਰ ਫਿਲਮਾਂ ਚੱਲਦੀਆਂ ਨੇ, ਗਾਣੇ ਚੱਲਦੇ ਆ। ਇਹ ਦੱਸੋ ਟੀਵੀ ਭਲਾ ਕਰੇਗਾ? ਹਰੇਕ ਦੇ ਹੱਥ ਵਿੱਚ ਮੋਬਾਈਲ ਫੋਨ ਚੱਕਿਆ, ਬੰਦਾ ਕਹਿ ਦਿੰਦਾ ਜੀ ਮੋਬਾਈਲਾਂ ਤੋਂ ਹੀ ਆਪਾਂ ਤਾਂ ਪਾਠ ਕਰ ਲੈਂਦੇ ਆ, ਉਸੇ ਮੋਬਾਈਲ 'ਚ ਬਾਣੀ ਪੜ੍ਹਦੇ ਆ, ਉਸੇ ਮੋਬਾਈਲ 'ਚ ਕੱਢ ਕੇ YouTube ਹੋਰ ਇੱਧਰ ਉੱਧਰ ਦੀਆਂ ਐਪਾਂ ਖੋਲ ਕੇ ਮਨੋਰੰਜਨ ਕਰਦੇ ਆ ਆਪਣਾ। ਹੁਣ ਦੱਸੋ ਮੋਬਾਈਲ ਭਲਾ ਕਰ ਦੂ ਕਿਸੇ ਦਾ? ਪਰ ਸੰਤ ਨੇ ਨਾ ਜਿਹੜੇ, ਕੋਈ ਇਹਨਾਂ ਦੀ ਸੰਗਤ ਵਿੱਚ ਬਹਿ ਜਾਵੇ, ਸੰਤਾਂ ਦੇ ਤਾਂ ਦਰਸ਼ਨ ਕਰਕੇ ਬੰਦਾ ਤਰ ਜਾਂਦਾ ਹੈ। ਰੱਬ ਦੇ ਪਿਆਰੇ ਸਾਧੂ ਦਾ ਮਿਲਾਪ ਹੋ ਜੇ, ਕਿਤੇ ਬਚਨ ਮਿਲ ਜਾਣ ਸੁਣਨ ਵਾਸਤੇ, ਸੰਗਤ ਮਿਲ ਜਾਵੇ ਸਾਧੂਆਂ ਦੀ, ਇਹ ਭਲਾ ਕਰਦੀ ਹੈ, ਤਾਰਦੀ ਹੈ। ਉਹ ਇਸੇ ਕਰਕੇ ਗੁਰਬਾਣੀ ਦੇ ਵਿੱਚ ਸਾਧੂ ਸੰਤਾਂ ਦੀ ਬਹੁਤੀ ਵਡਿਆਈ ਹੈ, ਸੰਗਤ ਦੀ ਬਹੁਤੀ ਵਡਿਆਈ ਹੈ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਸੋ ਤਰਿਆ। ਮਾਧੋ ਨਾਮ ਹੈ ਪਰਮਾਤਮਾ ਦਾ, ਹੈ ਪਰਮਾਤਮਾ ਜਿਹੜੇ ਤੇਰੀ ਸੰਗਤ ਕਰਦੇ ਨੇ ਰੱਬ ਦੇ ਪਿਆਰੇ, ਉਹਨਾਂ ਰੱਬ ਦੇ ਪਿਆਰਿਆਂ ਦੀ ਸੰਗਤ ਮਿਲ ਜਾਵੇ। ਸਤ ਸੰਗਤ ਮਿਲੇ ਸੋ ਤਰਿਆ, ਮੇਰੇ ਮਾਧੋ ਜੀ ਸਤ ਮਿਲੇ ਸੋ ਤਰਿਆ, ਮੇਰੇ ਮਾਧੋ ਜੀ। ਸਾਧ ਸੰਗਤ ਮਿਲੇ ਸੋ ਤਰਿਆ, ਮੇਰੇ ਮਾਧੋ ਜੀ। ਸਤ ਸੰਗਤ ਮਿਲੇ ਸੋ ਤਰਿਆ, ਮੇਰੇ ਮਾਧੋ ਜੀ। ਸਤ ਸੰਗਤ ਮਿਲੇ ਸੋ ਤਰਿਆ, ਮੇਰੇ ਮਾਧੋ ਜੀ। ਸਤ ਸੰਗਤ ਮਿਲੇ ਸੋ ਤਰਿਆ, ਮੇਰੇ ਮਾਧੋ ਜੀ। ਮਿਲੇ ਸੋ ਤਰਿਆ, ਮੇਰੇ ਮਾਧੋ ਜੀ। ਸਤ ਸੰਗਤ ਮਿਲੇ ਸੋ ਤਰਿਆ, ਮੇਰੇ ਮਾਧੋ ਜੀ। ਸੰਗਤ ਮਿਲੇ ਸੋ ਤਰਿਆ, ਮੇਰੇ ਮਾਧੋ ਜੀ। ਸਤ ਸੰਗਤ ਮਿਲੇ ਸੋ ਤਰਿਆ, ਮੇਰੇ ਮਾਧੋ ਜੀ। ਮੇਰੇ ਮਾਧੋ ਜੀ, ਵਾ 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 ਮੇਰੇ ਮਾਧੋ ਜੀ। ਮੇਰੇ ਪਿਆਰੇ ਮੇਰੇ ਮਾਧੋ ਜੀ, ਵਾ 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 ਮੇਰੇ ਮਾਧੋ ਜੀ।
ਪਿਆਰੇ ਜੀ ਮੇਰੇ ਮਾਧੋ ਜੀ ਵਾ 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 ਮੇਰੇ ਮਾਧੋ ਜੀ ਪਿਆਰੇ ਮੇਰੇ ਮਾਧੋ ਜੀ ਵਾ 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 ਮੇਰੇ ਮਾਧੋ ਜੀ ਸੰਗਤ ਮਿਲੇ ਸੋ ਤਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਮੇਰੇ ਮਾਧੋ ਜੀ ਸੰਗਤ ਮਿਲੇ ਸੋ ਤਰਿਆ ਮੇਰੇ ਮਾਧੋ ਜੀ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਉਹ ਗੁਰੂ ਦੀ ਕਿਰਪਾ ਨਾਲ ਤਰ ਜਾਂਦਾ ਜਿਹਨੂੰ ਰੱਬ ਦੇ ਪਿਆਰਿਆਂ ਦੀ ਸਤ ਸੰਗਤ। ਸਤ ਦਾ ਮਤਲਬ ਹੈ ਸੱਚ ਤੇ ਸੰਗਤ ਜਿੱਥੇ ਰੱਬ ਦੇ ਪਿਆਰੇ ਕੰਨਾਂ ਵਾਰਤਾ ਕਰਦੇ ਹੋਣ, ਜਿੱਥੇ ਪ੍ਰਮਾਤਮਾ ਦੀ ਕੀਰਤਨ ਕਰਦੇ ਹੋਣ, ਉਹਨੂੰ ਕਹਿੰਦੇ ਆ ਸਤ ਸੰਗਤ। ਜਿੱਥੇ ਕੇਵਲ ਤੇ ਕੇਵਲ ਵਾਹਿਗੁਰੂ ਦੇ ਨਾਮ ਦੀ ਵਿਚਾਰ ਹੋਵੇ, ਨਾ ਕਿਸੇ ਦੀ ਬਹੁਤੀ ਵਡਿਆਈ ਨਾ ਕਿਸੇ ਦੀ ਬਹੁਤੀ ਨਿੰਦਿਆ। ਜਿੱਥੇ ਕੇਵਲ ਨਰੋਲ ਗੁਰੂ ਦੀ ਵਿਚਾਰ, ਗੁਰੂ ਦੇ ਪਿਆਰੇ ਮਹਾਂਪੁਰਖਾਂ ਦੀ ਵਿਚਾਰ ਹੋਵੇ, ਉਹਨੂੰ ਕਹਿੰਦੇ ਆ ਸਤ ਸੰਗਤ। ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਇੱਕੋ ਨਾਮ ਵਖਾਣੀ ਹੈ, ਇੱਕੋ ਨਾਮ ਦੀ ਵਿਚਾਰ ਹੋਵੇ। ਵੱਡੇ ਭਾਗ ਨੇ ਉਹਨਾਂ ਦੇ ਜਿਹੜੇ ਸੰਗਤ ਵਿੱਚ ਆਉਂਦੇ ਆ, ਸਤਿਗੁਰਾਂ ਦੀ ਬਾਣੀ ਪੜ੍ਹਦੇ ਆ ਤੇ ਥਾਂ ਥਾਂ ਤੇ ਸੰਗਤ ਦੀ ਵਡਿਆਈ, ਸਾਧੂਆਂ ਦੀ ਵਡਿਆਈ ਹੈ। ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਦੇ ਆ ਤੇ ਸੰਤਾਂ ਦੀ ਵਡਿਆਈ ਪੜ੍ਹਦੇ ਆ। ਸਾਧ ਕੈ ਸੰਗ ਨਹੀਂ ਕਛ ਘਾਲ, ਦਰਸ਼ਨ ਭੇਟਤ ਹੋਤ ਨਿਹਾਲ। ਸਾਧ ਕੈ ਸੰਗ ਕਲੂਖਤ ਹਰੈ, ਸਾਧ ਕੈ ਸੰਗ ਨਰਕ ਪਰ ਹਰੈ। ਜੇ ਸਾਧੂਆਂ ਦੀ ਸੰਗਤ ਮਿਲ ਜੇ, ਬੰਦਾ ਨਰਕਾਂ ਤੋਂ ਬਚ ਜਾਂਦਾ ਹੈ। ਨਰਕ ਜਿੱਥੇ ਮਰਨ ਤੋਂ ਬਾਅਦ ਪਾਪੀ ਜਾਂਦੇ ਐ, ਕੋਈ ਚੋਰੀ ਕਰਦਾ ਚੋਰ ਫੜਿਆ ਜਾਵੇ, ਕਿੱਥੇ ਜਾਂਦਾ ਹੈ? ਉਹਦੇ ਗਲ 'ਚ ਸਰੂਪਾ ਨਹੀਂ ਪਾਉਂਦੇ ਆਪਾਂ, ਨਾ ਪੁਲਿਸ ਵਾਲੇ ਪਾਉਣ। ਚੋਰ ਨੂੰ ਇਨਾਮ ਨਹੀਂ ਦਿੱਤਾ ਜਾਂਦਾ, ਉਹਦੇ ਨਾਲ ਫੋਟੋਆਂ ਨਹੀਂ ਖਿਚਾਉਂਦੇ ਆਪਾਂ। ਕੀ ਕਰਦੇ ਹੁੰਦੇ ਆ, ਚੋਰ ਨੂੰ ਪਕੜ ਕੇ ਥਾਣੇ ਦੇ ਦੇਈਦਾ ਨਾ, ਤੇ ਮੁੜ ਕੇ ਜੇਲ੍ਹ ਕੱਟਣੀ ਪੈਂਦੀ ਹੈ। ਜਿਸ ਤਰ੍ਹਾਂ ਕਿਸੇ ਨੇ ਕਤਲ ਕਰਤਾ, ਕੋਈ ਮਾੜੇ ਕਰਮ ਕਰਦਾ ਫੜਿਆ ਗਿਆ ਤੇ ਮੁੜ ਕੇ ਜੇਲ੍ਹ ਵਿੱਚ ਜਾਣਾ ਪੈਂਦਾ, ਜਿਵੇਂ ਸਜ਼ਾ ਭੋਗਣੀ ਪੈਂਦੀ ਹੈ। ਇਸੇ ਤਰ੍ਹਾਂ ਜਦੋਂ ਬੰਦਾ ਨਾਮ ਨਹੀਂ ਜਪਦਾ, ਮਾੜੇ ਕਰਮ ਕਰਦਾ ਹੈ, ਵਿਸ਼ੇ ਵਿਕਾਰ ਭੋਗਦਾ ਹੈ, ਨਿੰਦਿਆ ਚੁਗਲੀ ਕਰਦਾ ਹੈ, ਇਸੇ ਤਰ੍ਹਾਂ ਬੇਈਮਾਨੀਆਂ ਕਰਦਾ ਹੈ, ਠੱਗੀਆਂ ਠੋਰੀਆਂ ਕਰਨ ਵਾਲਾ ਪਾਪੀ ਹੈ। ਜਿਹੜਾ ਕਦੇ ਭੁੱਲ ਕੇ ਗੁਰੂ ਦੀ ਸੰਗਤ ਵਿੱਚ ਨਹੀਂ ਆਉਂਦਾ, ਜੇ ਸੰਗਤ ਵਿੱਚ ਆ ਵੀ ਗਿਆ ਤੇ ਬਹੁਤਾ ਟਾਈਮ ਨਹੀਂ ਬਹਿੰਦਾ। ਮਨ ਮੁਖਾਂ ਨੂੰ ਗੁਰੂ ਦੀ ਸੰਗਤ ਚੰਗੀ ਨਹੀਂ ਨਾ ਲੱਗਦੀ। ਮਨ ਮੁਖ ਗੁਰੂ ਦੀ ਸੰਗਤ ਤੋਂ ਦੂਰ ਹੈ, ਪਰ ਜਿਹੜਾ ਗੁਰੂ ਦਾ ਪਿਆਰਾ ਗੁਰਮੁਖ ਹੈ, ਇਹ ਤਾਂ ਸੰਗਤ ਦੇ ਵਿੱਚ ਹੀ ਹੈ।
ਸੰਗਤ ਤੋਂ ਬਿਨਾ ਬਚਦਾ ਨਹੀਂ ਗੁਰੂ ਦਾ ਪਿਆਰਾ ਸਿੱਖ। ਜਿਵੇਂ ਕਹਿੰਦੇ ਮੱਛੀ ਨੂੰ ਪਾਣੀ ਵਿੱਚੋਂ ਬਾਹਰ ਕੱਢ ਦਈਏ ਤੇ ਮੱਛੀ ਜਿਉਂਦੀ ਨਹੀਂ ਰਹਿੰਦੀ। ਜਿਸ ਤਰ੍ਹਾਂ ਭੌਰਾ ਕਮਲ ਦੀ ਫੁੱਲ ਸੁਗੰਧੀ ਬਿਨਾਂ ਨਹੀਂ ਰਹਿ ਸਕਦਾ ਤੇ ਕਮਲ ਦੇ ਫੁੱਲ ਦੇ ਵਿੱਚ ਹੀ ਘੁੱਟ ਕੇ ਮਰ ਜਾਂਦਾ, ਪਿਆਰ ਨਹੀਂ ਨਾ ਛੱਡਦਾ ਆਪਣਾ। ਜਿਸ ਤਰ੍ਹਾਂ ਮਿਰਗ ਨੂੰ ਪਤਾ ਹੈ ਕਿ ਸ਼ਿਕਾਰੀ ਨੇ ਮੈਨੂੰ ਮਾਰ ਦੇਣਾ, ਪਰ ਜਦੋਂ ਸ਼ਿਕਾਰੀ ਘੰਟੇ ਹਿੱਟ ਦਾ ਸਾਥ ਵਜਾਉਂਦਾ ਹੈ ਤੇ ਹਿਰਨ ਰਹਿ ਨਹੀਂ ਸਕਦਾ ਸ਼ਿਕਾਰੀ ਦੇ ਸਾਹਮਣੇ ਜਾਣ ਤੋਂ। ਭਾਈ ਗੁਰਦਾਸ ਜੀ ਕਥਨ ਕਰਦੇ ਨੇ, ਗੁਰਸਿੱਖ ਸਾਧ ਸੰਗਤ ਛੱਡ ਕਿਉਂ ਸਕਤ ਹੈ। ਕਹਿੰਦੇ ਭਾਈ ਮੱਛੀ ਪਾਣੀ ਨੂੰ ਨਹੀਂ ਛੱਡ ਸਕਦੀ ਤੇ ਗੁਰੂ ਦਾ ਸਿੱਖ ਫਿਰ ਗੁਰੂ ਨੂੰ ਕਿਵੇਂ ਛੱਡ ਦੇ। ਗੁਰੂ ਦਾ ਪਿਆਰਾ ਸਤ ਸੰਗਤ ਕਰਨੀ ਕਿਵੇਂ ਛੱਡ ਦੇ। ਸੰਗਤ ਵਿੱਚ ਤਾਂ ਬੇਅੰਤ ਜੀਵਾਂ ਦਾ ਭਲਾ ਹੋਇਆ ਹੈ। ਧੰਨ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਕੋਲੇ ਆਉਣ ਵਾਲੇ ਸਿੱਖਾਂ ਸੇਵਕਾਂ ਦਾ ਕੋਈ ਘਾਟਾ ਨਹੀਂ। ਬੜੇ ਗੁਰਸਿੱਖ ਆਏ ਮਹਾਰਾਜ ਕੋਲ। ਕੋਈ ਗੁਰੂ ਨਾਨਕ ਸਾਹਿਬ ਦੇ ਕੋਲੇ 2 ਦਿਨ ਰਿਹਾ, ਝਾਲ ਨਾ ਚੱਲੀ ਜਾਵੇ, ਕਿਉਂਕਿ ਗੁਰੂ ਨਾਨਕ ਸਾਹਿਬ ਨਾ ਤਾਂ ਆਪ ਭੋਜਨ ਪ੍ਰਸ਼ਾਦੇ ਦਾ ਧਿਆਨ ਦਿੰਦੇ ਆ, ਵੀ ਆਪਣੇ ਬਾਅਦ ਸਵੇਰੇ ਰੱਜ ਕੇ ਖਾ ਲੀਆਂ ਰੋਟੀਆਂ ਪਰੌਂਠੇ ਖਾਂਦੇ, ਮੁੜ ਕੇ ਦੁਪਹਿਰ ਦਾ ਫੇਰ ਵੇਖਦਾ ਵੀ ਫੇਰ ਕੁਝ ਨਾ ਕੁਝ ਖਾਈਏ ਤੇ ਰਾਤ ਤੱਕ ਹੀ ਫੇਰ ਤਿਆਰੀ ਹੈ। ਆਪਾਂ ਤਾਂ ਖਾਂਦੇ ਨਾ 2-3 ਟਾਈਮ। ਇਹ ਤੋਂ ਬਿਨਾਂ ਵੀ ਹੋਰ ਬੜੇ ਪਦਾਰਥ ਦੇ ਖਾਣ ਵਾਲੇ ਬੰਦਾ ਖਾਂਦਾ ਹੀ ਰਹਿੰਦਾ। ਰੈਣ ਗਵਾਈ ਸੋਏ ਕਹਿ, ਦਿਵਸ ਗਵਾਇਆ ਖਾਏ। ਸਾਰੀ ਰਾਤ ਬੰਦਾ ਸੌਂ ਕੇ ਗੁਜ਼ਾਰਦਾ ਤੇ ਸੌਂ ਕੇ ਰੱਜਦਾ ਨਹੀਂ, ਤੇ ਸਾਰਾ ਦਿਨ ਬੰਦਾ ਖਾ ਕੇ ਗੁਜ਼ਾਰ ਦਿੰਦਾ ਤੇ ਰੱਜਦਾ ਫੇਰ ਵੀ ਨਹੀਂ। ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਇਹ ਤਾਂ ਜਨਮ ਹੈ ਹੀਰੇ ਵਾਲਾ। ਬੜਾ ਮਹਿੰਗਾ ਬੜਾ ਕੀਮਤੀ। ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੇ ਬਾਰ। ਇਹ ਵਾਰ-ਵਾਰ ਨਹੀਂ ਮਿਲਦਾ। ਬੜੇ ਚੰਗੇ ਕਰਮਾਂ ਦੇ ਨਾਲ ਹੀ ਮਨੁੱਖਾ ਤਨ ਮਿਲਿਆ। ਬੱਬਾ ਨਾਲ ਮਿਲਦੀ ਹੈ, ਐਵੇਂ ਨਾਗ ਵਾਲੀ ਮੂਰਖਾ। ਮਾਨਸ ਦੇਹੀ ਦਾਸ ਬੱਬਾ ਨਾਲ ਮਿਲਦੀ ਹੈ, ਐਵੇਂ ਨਾਗ ਵਾਲੀ ਮੂਰਖਾ। ਦੇਹੀ ਦਾਸ ਬੱਬਾ ਨਾਲ ਮਿਲਦੀ ਹੈ, ਐਵੇਂ ਨਾਗ ਵਾਲੀ ਮੂਰਖਾ। ਮਾਨਸ ਦੇਹੀ ਦਾਸ ਬੱਬਾ ਨਾਲ ਮਿਲਦੀ ਹੈ, ਐਵੇਂ ਨਾਗ ਵਾਲੀ ਮੂਰਖਾ। ਦਾਸ ਬੱਬਾ ਨਾਲ ਮਿਲਦੀ ਹੈ, ਐਵੇਂ ਨਾਗ ਵਾਲੀ ਮੂਰਖਾ। ਮਾਨਸ ਦੇਹੀ ਦਾਸ ਬੱਬਾ ਨਾਲ ਮਿਲਦੀ ਹੈ, ਐਵੇਂ ਨਾਗ ਵਾਲੀ ਮੂਰਖਾ। ਦੇਹੀ ਦਾਸ ਬੱਬਾ ਨਾਲ ਮਿਲਦੀ ਹੈ, ਐਵੇਂ ਨਾਗ ਵਾਲੀ ਮੂਰਖਾ। ਮਾਨਸ ਦੇਹੀ ਦਾਸ ਬੱਬਾ ਨਾਲ ਮਿਲਦੀ ਹੈ, ਐਵੇਂ ਨਾਗ ਵਾਲੀ ਮੂਰਖਾ।
ਹੋਵੇ ਵੇ ਨਾ ਜੀ ਗਵਾਲੀ ਮੂਰਖਾ, ਹੋਵੇ ਵੇ ਨਾ ਜੀ ਗਵਾਲੀ ਬੰਦਿਆ, ਐਵੇਂ ਨਾ ਜੀ ਗਵਾਲੀ ਮੂਰਖਾ, ਐਵੇਂ ਨਾ ਜੀ ਗਵਾਲੀ ਬੰਦਿਆ। ਐਵੇਂ ਨਾ ਜੀ ਗਵਾਲੀ ਮੂਰਖਾ, ਹੋਵੇ ਵੇ ਨਾ ਜੀ ਗਵਾਲੀ ਬੰਦਿਆ, ਐਵੇਂ ਨਾ ਜੀ ਗਵਾਲੀ ਮੂਰਖਾ, ਐਵੇਂ ਨਾ ਜੀ ਗਵਾਲੀ ਬੰਦਿਆ। ਮਾਰੇਗੀ ਦਾਸ ਬੱਬਾ ਨਾਲ ਮਿਲਦੀ ਐ, ਐਵੇਂ ਨਾ ਗਵਾਲੀ ਬੰਦਿਆ, ਮਾਨਸ ਦੇ ਹੀ ਦਾਸ ਬੱਬਾ ਨਾਲ ਮਿਲਦੀ ਐ, ਐਵੇਂ ਨਾ ਗਵਾਲੀ ਬੰਦਿਆ। ਦੇਹੀ ਦਾਸ ਬੱਬਾ ਨਾਲ ਮਿਲਦੀ ਐ, ਐਵੇਂ ਨਾ ਗਵਾਲੀ ਬੰਦਿਆ, ਮਾਨਸ ਦੇਹੀ ਦਾਸ ਬੱਬਾ ਨਾਲ ਮਿਲਦੀ ਐ, ਐਵੇਂ ਨਾ ਗਵਾਲੀ ਬੰਦਿਆ। ਹੀਰਾ ਜਨਮ ਅਮੋਲਕ ਤੇਰਾ, ਬਿਰਥਾ ਜਾਵੇ ਨਾਮ ਤੋਂ ਬਿਨਾ, ਹੀਰਾ ਜਨਮ ਅਮੋਲਕ ਤੇਰਾ, ਬਿਰਥਾ ਜਾਵੇ ਨਾਮ ਤੋਂ ਬਿਨਾ। ਜਨਮ ਅਮੋਲਕ ਤੇਰਾ, ਬਿਰਥਾ ਜਾਵੇ ਨਾਮ ਤੋਂ ਬਿਨਾ, ਜਨਮ ਅਮੋਲਕ ਤੇਰਾ, ਬਿਰਥਾ ਜਾਵੇ ਨਾਮ ਤੋਂ ਬਿਨਾ। ਦਿਵਸ ਗਵਾਇਆ ਖਾਏ, ਜੇ ਜੈਸਾ ਜਨਮ ਹੈ ਜਨਮ ਹੈ ਨੀ ਬਦਲੇ ਜਾਏ,
ਸਾਰਾ ਦਿਨ ਖਾ ਪੀ ਕੇ ਗੁਜ਼ਾਰ ਲਿਆ, ਉੱਠਦੇ ਸਾਰ ਬੈਠ ਕੱਪਟੀ ਬੈਡਾਂ ਤੇ ਬੈਠੇ ਚਾਹ ਮੰਗਦਾ, ਚਾਹ ਪੀਣ ਤੋਂ ਬਾਅਦ ਫਿਰ ਕਿਤੇ ਬੁਰਸ਼ ਕੌਲੀ ਕਰਦਾ ਹੈ, ਇਸ਼ਨਾਨ ਕਰਕੇ ਲਿਆਓ ਜੀ ਬ੍ਰੇਕਫਾਸਟ, ਲਿਆਓ ਬਣਾਓ ਪਰੌਂਠੇ ਖਾ ਲੇ, ਚਲੋ ਕੰਮ ਤੇ। ਦੁਪਹਿਰੇ ਫੇਰ ਖਾ ਲਿਆ, ਸ਼ਾਮ ਨੂੰ ਫੇਰ ਖਾ ਲਿਆ, ਸਾਰਾ ਦਿਨ ਖਾ ਪੀ ਕੇ ਗੁਜ਼ਾਰ ਦਿੱਤਾ। ਪਰ ਇਹ ਨਹੀਂ ਜਾਣਿਆ ਇਹ ਜਿਹੜਾ ਜਨਮ ਮਿਲਿਆ ਕਿਹੋ ਜਿਹਾ ਹੈ, ਜਿਹਦੀ ਕੀਮਤ ਨਾ ਪਤਾ ਹੋਵੇ ਬੰਦਾ ਉਹ ਚੀਜ਼ ਵੱਲ ਝਾਕਦਾ ਨਹੀਂ। ਰਾਤੀ ਵੀ ਆਖਿਆ ਸੀ ਨਾ ਵੀ ਫਰੀ ਦੀ ਚੀਜ਼ ਬਹੁਤਿਆਂ ਦੇ ਹਜਮ ਘੱਟ ਆਉਂਦੀ ਹੈ, ਕਿ ਪਤਾ ਨਹੀਂ ਇਹਦੇ 'ਚ ਨੁਕਸ ਹੋਣਾ ਕੋਈ ਜਿਹੜਾ ਨਾਲ ਫਰੀ ਹੈ, ਜਾਂ ਸਸਤਾ ਮਾਲ ਕਹਿ ਲੋ, ਸਸਤੇ ਦੀ ਜਿਹੜੀ ਕੀਮਤ ਹੈ, ਵੈਲਿਊ ਹੈ, ਉਹਦਾ ਸਤਿਕਾਰ ਘੱਟ ਹੁੰਦਾ ਹੈ। ਲੁਧਿਆਣੇ ਚਲੇ ਜਾਂਦੇ ਆ ਘੰਟਾ ਘਰ ਚੌੜੇ ਬਾਜ਼ਾਰ 'ਚ, ਇੱਕ ਗਰੀਬ ਬੈਠਾ 50-50 ਰੁਪਏ ਨੂੰ ਕਮੀਜ਼ਾਂ ਵੇਚਦਾ, ਸ਼ਰਟਾਂ, ਤੇ ਬਹੁਤੇ ਜਿਹੜੇ ਧਨਾੜ ਨੇ ਕੋਲੋਂ ਲੰਘ ਜਾਂਦੇ ਆ ਵੀ 50 ਦੀ ਇਹੋ ਦੀ ਹੋਣੀ ਆ ਸ਼ਰਟ, ਹਾਲਾਂਕਿ ਵਧੀਆ ਹੁੰਦੀਆਂ ਨੇ, ਨਿਕਲੀਆਂ ਤਾਂ ਫੈਕਟਰੀ ਚੋਂ ਹੀ। ਫੈਕਟਰੀ ਵਿੱਚ ਨਾ ਵਿਕਣ ਕਰਕੇ, ਲੰਮਾ ਸਮਾਂ ਪਈਆਂ ਰਹਿਣ ਕਰਕੇ ਕੰਮ ਨਹੀਂ ਆਈਆਂ, ਵਿਕੀਆਂ ਨਹੀਂ, ਮੁੜ ਕੇ ਗਰੀਬ ਜਿਹੜੇ ਸੇਲਜ਼ਮੈਨ ਨੇ, ਵੇਚਣ ਵਾਲੇ ਨੇ, ਆਪਣਾ ਗੁਜ਼ਾਰਾ ਕਰਨ ਵਾਲੇ ਪਰਿਵਾਰ ਦਾ, ਉਹ ਲਿਆ ਕੇ ਵੇਚਦੇ ਆ 100 ਦੀਆਂ 2। ਉਹਨਾਂ ਵੱਲੀ ਜਿਹੜੇ ਅਮੀਰ ਨੇ, ਧਨਾੜ ਨੇ ਨਾ ਬਹੁਤੇ, ਉਹ ਨਹੀਂ ਝਾਕਦੇ। ਅਮੀਰ ਬੰਦਾ ਕਿੱਥੇ ਦੇਖਦਾ? ਮੌਲਾਂ 'ਚ, ਵੱਡੀਆਂ ਦੁਕਾਨਾਂ ਵਿੱਚ, ਸ਼ੀਸ਼ੇ ਦੇ ਸ਼ੋਰੂਮ ਨੇ, ਸ਼ੀਸ਼ਿਆਂ 'ਚ ਲੱਗੀਆਂ ਨੇ ਸ਼ਰਟਾਂ, ਪੈਂਟਾਂ, ਸਾਜੋ ਸਮਾਨ ਲੱਗਿਆ ਸ਼ੀਸ਼ਿਆਂ ਦੇ ਵਿੱਚ, ਤੇ ਨਾਲ ਹੀ ਬੋਰਡ ਲਾਇਆ ਹੁੰਦਾ ਵੀ 50% ਡਿਸਕਾਊਂਟ। ਫਿਰ ਬੰਦਾ ਜਾਂਦਾ ਉਧਰ ਨੂੰ, ਜਾਂ 1 get 1 ਫਰੀ, ਇੱਕ ਨਾਲ ਇੱਕ ਫਰੀ, ਤੇ ਉਹ ਸ਼ਰਟ ਭਾਵੇਂ ਹੋਵੇ 3000 ਦੀ, ਬ੍ਰਾਂਡ ਲੱਗਿਆ ਹੋਇਆ, ਨਾਮ ਵਿਕਦਾ ਜਿਨ੍ਹਾਂ ਦਾ, ਬੰਦਾ ਕਹਿੰਦਾ ਚਲੋ 3000 ਦੇਾਂਗੇ, 2 ਮਿਲ ਜਾਣਗੀਆਂ 1500 ਦੀਆਂ, ਹੱਸ ਕੇ ਲੈ ਲੈਂਦਾ ਨਾ। ਕਿਉਂ? ਮਹਿੰਗੀ ਚੀਜ਼ ਨੂੰ ਆਪਾਂ ਪਸੰਦ ਕਰਦੇ ਆਂ ਵੀ ਬ੍ਰਾਂਡ ਆ, ਬ੍ਰਾਂਡਡ ਚੀਜ਼ਾਂ, ਔਰ ਜਿਨ੍ਹਾਂ ਦਾ ਨਾਮ ਹੋਵੇ, ਮਸ਼ਹੂਰੀ ਹੋਵੇ, ਬੰਦਾ ਖਿੱਚਿਆ ਜਾਂਦਾ ਉਧਰ ਨੂੰ। ਜਿਨ੍ਹਾਂ ਦਾ ਬ੍ਰਾਂਡ ਛੋਟਾ ਹੋਵੇ ਉਹਨਾਂ ਨੂੰ ਕੌਣ ਪੁੱਛਦਾ ਹੈ? ਇਸੇ ਤਰ੍ਹਾਂ ਜਿਹੜੇ ਰੱਬ ਦੇ ਪਿਆਰਿਆਂ ਦੇ ਸੰਗੀ ਹੈ ਨਾ, ਉਹ ਰੱਬ ਦਾ ਪਿਆਰਾ ਹੁੰਦਾ ਜਿਹੜਾ ਸਤ ਸੰਗਤ ਕਰਨ ਵਾਲਾ, ਜਗਿਆਸੂ ਕਹਿ ਲੋ, ਜਾਂ ਫਿਰ ਰੱਬ ਦਾ ਪਿਆਰਾ ਸਾਧੂ, ਮਹਾਪੁਰਖ, ਬ੍ਰਹਮ ਗਿਆਨੀ, ਤਤਵੇਤਾ, ਜਿਹਦੀ ਅਵਸਥਾ ਕਿਹੋ ਜਿਹੀ ਹੈ? ਸਬਰ ਅੰਦਰ ਸਾਬਰੀ ਤਨ ਏਵੈ ਜਾਲੇਨ। ਜਿਹੜਾ ਸਬਰ ਸੰਤੋਖ ਵਿੱਚ ਬੈਠਾ, ਪਦਾਰਥਾਂ ਦੀ ਇੱਛਾ ਨਹੀਂ ਰੱਖਦਾ, ਤਨ ਏਵੈ ਜਾਲੇਨ, ਹੋਣ ਨਜੀਕ ਖੁਦਾਏ ਦਾ, ਭੇਤ ਨਾ ਕਿਸੈ ਦੇਣ। ਉਹ ਤਾਂ ਭੇਦ ਹੀ ਨਹੀਂ ਦੱਸਦੇ ਕਿਸੇ ਨੂੰ, ਜਿਨ੍ਹਾਂ ਨੂੰ ਸਮਝ ਆ ਗਈ ਉਹ ਤਾਂ ਸਾਰੀ ਰਾਤ ਸਾਰਾ ਦਿਨ ਆਪਣੇ ਵਾਲਾ ਕੰਮ ਨਹੀਂ ਕਰਦੇ ਵੀ ਰਾਤਾਂ ਸੌਂ ਕੇ ਗੁਜ਼ਾਰੀਆਂ ਤੇ ਦਿਨ ਖਾ ਕੇ ਗੁਜ਼ਾਰਿਆ। ਉਠਤ ਬੈਠਤ ਸੋਵਤ ਜਾਗਤ ਇਹੋ ਮਨ ਤੁਝੈ ਚਿਤਾਰੇ।
ਉਹ ਤਾਂ ਉੱਠਦੇ ਬਹਿੰਦੇ ਸੁੱਤੇ ਜਾਗਦੇ ਨਾਮ ਜਪਦੇ ਨੇ, ਕਿਉਂਕਿ ਉਹਨਾਂ ਨੂੰ ਪਤਾ ਕਿ ਜਿਹੜਾ ਜਨਮ ਮਿਲਿਆ ਮੁੜ ਮੁੜ ਕੇ ਨਹੀਂ ਮਿਲਣਾ। ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਜੇ ਗੱਲ ਸਮਝ ਵਿੱਚ ਆ ਗਈ ਨਾ ਵੀ ਜਨਮਾ ਮਨੁੱਖਾ ਤਨ ਸਰੀਰ ਤਾਂ ਸਾਨੂੰ ਮਿਲਿਆ ਬੜਾ ਦੁਰਲੱਭ, ਜਿਹਦੀ ਕੋਈ ਕੀਮਤ ਨਹੀਂ ਹੈ। ਕਿਤੇ ਐਕਸੀਡੈਂਟ ਹੋ ਗਿਆ, ਬਾਹ ਵੱਢੀ ਗਈ, ਮੁੜ ਕੇ ਬਨੌਟੀ ਲੱਗ ਜੇਗੀ, ਉਹੇ ਜਿਹੀ ਗੱਲ ਤਾਂ ਨਹੀਂ ਬਣਦੀ। ਕਿਤੇ ਲੱਤ ਵੱਢੀ ਗਈ, ਮੁੜ ਕੇ ਲੱਤ ਬਨੌਟੀ ਲੱਗੇਗੀ, ਉਦਾਂ ਦੀ ਗੱਲ ਥੋੜਾ ਬਣਨੀ ਹੈ। ਕਿਤੇ ਅੱਖ ਭੰਨੀ ਗਈ, ਅੱਖ ਖਰਾਬ ਹੋ ਗਈ, ਮੁੜ ਕੇ ਨਕਲੀ ਢੀਲਾ ਪਾ ਦੇਣਗੇ, ਉਹ ਗੱਲ ਥੋੜਾ ਬਣੇਗੀ। ਤੇ ਕੰਨਾਂ ਤੋਂ ਘੱਟ ਸੁਣਨ ਲੱਗ ਗਿਆ, 50,000 ਰੁਪਇਆ ਲਾ ਕੇ ਕੰਨਾਂ ਦੀ ਮਸ਼ੀਨ ਮਿਲ ਜਾਂਦੀ ਹੈ, ਪਰ ਜਿਹੜੇ ਕੰਨ ਜਿੱਦਾਂ ਦੇ ਪ੍ਰਮਾਤਮਾ ਨੇ ਲਾ ਕੇ ਭੇਜਿਆ ਉਹ ਗੱਲ ਥੋੜਾ ਬਣਨੀ ਹੈ। ਕਹਿਣ ਦਾ ਮਤਲਬ ਵੀ ਹੀਰੇ ਵਰਗਾ ਮਹਿੰਗਾ ਬੇਸ਼ਕੀਮਤੀ ਜੀਵਨ ਇਹ ਮਨੁੱਖਾ ਤਨ ਪ੍ਰਮਾਤਮਾ ਨੇ ਸਾਨੂੰ ਜਨਮ ਦਿੱਤਾ, ਤੇ ਬਹੁਤਿਆਂ ਨੇ ਇਹਦੀ ਕਦਰ ਨਹੀਂ ਕੀਤੀ। ਤੇ ਕੌਡੀ ਦਾ ਜਿਹੜਾ ਭਾਅ, ਕੌਡੀ ਦਾ ਮੁੱਲ ਅੱਜ ਕੁਝ ਨਹੀਂ ਮਿਲਦਾ ਕੌਡੀ ਦੇ ਬਦਲੇ। ਜਿਸ ਤਰ੍ਹਾਂ ਲਾ ਲਓ ਵੀ ਚਵਾਨੀਆਂ ਠਿਆਨੀਆਂ ਹੁਣ ਰਹਿ ਗਈਆਂ ਨਾ ਗੱਲਾਂ 'ਚ, ਚਵਾਨੀਆਂ ਠਿਆਨੀਆਂ ਨਹੀਂ ਮਿਲਦੀਆਂ ਹੁਣ। ਤੇ ਚਵਾਨੀ ਠਿਆਨੀ ਨੂੰ ਦੁਕਾਨ ਵਾਲਾ ਨਹੀਂ ਪੁੱਛਦਾ, ਕਿਤੇ ਬੱਚੇ ਦੇ ਹੱਥ ਆ ਜੇ ਨਾ 50 ਪੈਸਾ ਤੇ ਦੁਕਾਨ ਵਾਲੇ ਨੂੰ ਆਖੇ ਵੀ 50 ਪੈਸੇ ਦੀਆਂ ਟੌਫੀਆਂ ਨਹੀਂ ਆਉਂਦੀਆਂ, ਅਗਲਾ ਮੋੜ ਦਿੰਦਾ ਵੀ ਜਾ, ਇਹਦਾ ਕੋਈ ਮੁੱਲ ਨਹੀਂ ਹੈ। ਇਸੇ ਤਰ੍ਹਾਂ ਸਾਡਾ ਜੀਵਨ ਹੈ ਜਿਹੜਾ ਵਿਅਰਥ ਜਾ ਰਿਹਾ ਹੈ, ਇਹਦਾ ਕੋਈ ਮੁੱਲ ਨਹੀਂ ਪੈ ਰਿਹਾ। ਨਾਮ ਨਾ ਜਾਣਿਆ RAM ਕਾ ਮੂੜੇ, ਫਿਰ ਪਾਛੈ ਪਛਤਾਹੇ ਰੇ। ਮਹਾਰਾਜ ਕਹਿੰਦੇ ਨੇ ਮੂਰਖਾ, ਤੂੰ ਪ੍ਰਮਾਤਮਾ ਦੇ ਨਾਮ ਨੂੰ ਨਹੀਂ ਜਾਣਿਆ ਭਾਈ, ਜਿਹੜਾ ਨਾਮ ਸਾਰਿਆਂ ਨੂੰ ਸੁੱਖ ਦੇਣ ਵਾਲਾ ਹੈ, ਇਹਦੀ ਕੀਮਤ ਨੂੰ ਨਹੀਂ ਜਾਣਦਾ ਤੂੰ। ਨਾਮ ਨਾ ਜਾਣਿਆ RAM ਕਾ ਮੂੜੇ, ਉਹ ਮੂਰਖਾ ਮੁੜ ਕੇ ਪਛਤਾਏਗਾ ਫਿਰ। ਨਾਲੇ ਰੋਵੇਂਗਾ ਤੇ ਰੋ ਰੋ ਤਾਹਾ ਮਾਰੇਗਾ, ਵੇਲੇ ਨੂੰ ਯਾਦ ਕਰਕੇ। ਰੋਵੇਂਗਾ ਤੇ ਰੋ ਰੋ ਤਾਹਾ ਮਾਰੇਗਾ, ਵੇਲੇ ਨੂੰ ਯਾਦ ਕਰਕੇ। ਨਾਲ ਰੋਵੇਂਗਾ ਤੇ ਰੋ ਰੋ ਤਾਹਾ ਮਾਰੇਗਾ, ਵੇਲੇ ਨੂੰ ਯਾਦ ਕਰਕੇ। ਨਾਲ ਰੋਵੇਂਗਾ ਤੇ ਰੋ ਰੋ ਤਾਹਾ ਮਾਰੇਗਾ, ਵੇਲੇ ਨੂੰ ਯਾਦ ਕਰਕੇ। ਰੋਵੇਂਗਾ ਤੇ ਰੋ ਰੋ ਤਾਹਾ ਮਾਰੇਗਾ, ਵੇਲੇ ਨੂੰ ਯਾਦ ਕਰਕੇ। ਨਾਲੇ ਰੋਵੇਂਗਾ ਤੇ ਰੋ ਰੋ ਤਾਹਾ ਮਾਰੇਗਾ, ਵੇਲੇ ਨੂੰ ਯਾਦ ਕਰਕੇ। ਨਾਲੇ ਰੋਵੇਂਗਾ ਪਛਤਾਵੇਂਗਾ, ਫਿਰ ਕੋਈ ਨਾ ਬਣੇ। ਨਾਲੇ ਰੋਵੇਂਗਾ ਤਾਹਾ ਮਾਰੇਗਾ, ਫਿਰ ਕੋਈ ਨਾ ਬਣੇ। ਰੋਵੇਂਗਾ ਤਾਹਾ ਮਾਰੇਗਾ, ਫਿਰ ਕੋਈ ਨਾ ਬਣੇ। ਨਾਲ ਰੋਵੇਂਗਾ ਤਾਹਾ ਮਾਰੇਗਾ, ਫਿਰ ਕੋਈ ਨਾ ਬਣੇ। ਰੋਵੇਂਗਾ ਤਾਹਾ ਮਾਰੇਗਾ, ਫਿਰ ਕੋਈ ਨਾ ਬਣੇ। ਨਾਲੇ ਰੋਵੇਂਗਾ ਤਾਹਾ ਮਾਰੇਗਾ, ਫਿਰ ਕੋਈ ਨਾ ਬਣੇ। ਨਾਲੇ ਰੋਵੇਂਗਾ ਤਾਹਾ ਮਾਰੇਗਾ, ਪਛਤਾਵੇਂਗਾ, ਫੇਰ ਕੋਈ ਨਾ ਬਣੇ। ਨਾਲੇ ਰੋਵੇਂਗਾ ਤਾਹਾ ਮਾਰੇਗਾ, ਫੇਰ ਕੋਈ ਨਾ ਬਣੇ। ਨਾਲੇ ਰੋਵੇਂਗਾ
ਨਾਲੇ ਰੋਵੇਂਗਾ ਆਹਾਂ ਮਾਰੇਗਾ ਫੇਰ ਕੋਈ ਨਾ ਬਣੇ। ਮੁੜ ਕੇ ਪਛਤਾਉਣਾ ਪਏਗਾ, ਮੁੜੇ ਫਿਰ ਪਾਛੈ ਪਛਤਾਹੇ ਰੇ। ਅਨਤਾ ਧਨ ਧਰਣੀ ਧਰੇ, ਅੰਤ ਨਾ ਚਾਹਿਆ ਜਾਏ। ਜੇ ਬੰਦਾ ਸੋਚੇ ਨਾ ਵੀ ਅੰਤ ਵੇਲੇ ਨਾਮ ਜਪ ਲਾਂਗਾ, ਜਦੋਂ ਅੰਤ ਆ ਗਿਆ, ਜਦੋਂ ਆਖਰੀ ਸਮਾਂ ਆਏਗਾ, ਉਦੋਂ ਸੰਗਤ ਕਰ ਲਾਂਗੇ। ਅੰਤ ਵੇਲੇ ਤਾਂ ਕਹਿੰਦੇ ਜਿਹੜਾ ਧਨ ਦੌਲਤ ਪੈਸਾ ਧੇਲਾ ਜੋੜਿਆ ਇੱਥੇ ਹੀ ਰਹਿ ਜਾਣਾ, ਧਰਤੀ ਤੇ ਰਹਿ ਜਾਏਗਾ ਸਭ ਕੁਝ। ਅਨਤਾ ਧਨ ਧਰਣੀ ਧਰੇ, ਅੰਤ ਨਾ ਚਾਹਿਆ ਜਾਏ। ਤੇ ਅੰਤ ਵੇਲੇ ਜੇ ਮਨ ਕਰਕੇ ਇੱਛਾ ਰੱਖੀਏ, ਇੱਛਾ ਨਹੀਂ ਪੂਰੀ ਹੁੰਦੀ। ਕਿਉਂਕਿ 60 ਸਾਲ ਦਾ ਤੇ ਬੁਢੇਪਾ ਆ ਜਾਂਦਾ, ਤੇ ਅੱਜ ਕੱਲ ਤਾਂ ਗੋਡੇ ਕਹਿ ਦਈਏ 35-40 ਸਾਲ ਵਾਲਿਆਂ ਦੇ ਦੁਖਣ ਲੱਗ ਜਾਂਦੇ ਆ। ਜਿਹਨੂੰ ਮਰਜੀ ਪੁੱਛ ਲਓ, ਕਹਿੰਦਾ ਜੀ ਲੱਤਾਂ ਦੁਖਦੀਆਂ ਨੇ, ਗੋਡੇ ਦੁਖਦੇ ਆ। ਥੋੜੇ ਜਿਹੇ ਸੈੱਲ ਘਟ ਗਏ ਤੇ ਬੰਦੇ ਦੀ ਹਾਲਤ ਬਜ਼ੁਰਗਾਂ ਵਾਲੀ ਹੋ ਜਾਂਦੀ ਹੈ। ਜਦੋਂ ਬੁਖਾਰ ਚੜਿਆ ਹੋਵੇ, ਟਾਈਫਾਇਡ ਹੋ ਜਾਵੇ। ਕਈ ਵਾਰ ਦੇਖਿਆ ਬਿਮਾਰ ਠਮਾਰ ਹੁੰਦੇ ਰਹੇ ਆ। ਹੁਣ ਕਿਸੇ ਦੇ ਦੁੱਖ ਦਾ ਤੇ ਆਪਾਂ ਨਹੀਂ ਨਾ ਜਾਣਦੇ ਵੀ ਇਹਦੇ ਸੈੱਲ ਘਟ ਗਏ, ਕਿੱਡਾ ਕੁ ਦੁੱਖ ਹੈ। ਇਹ ਤਾਂ ਜਦੋਂ ਆਪਣੇ ਘਟਦੇ ਆ ਫੇਰ ਪਤਾ ਲੱਗਦਾ ਨਾ ਵੀ ਕਿਵੇਂ ਹੁੰਦਾ। ਫਿਰ ਤਾਂ ਉੱਠਿਆ ਨਹੀਂ ਜਾਂਦਾ, ਫਿਰ ਤਾਂ ਪਾਣੀ ਦਾ ਗਲਾਸ ਨਹੀਂ ਚੱਕ ਕੇ ਪੀ ਹੁੰਦਾ। ਪਰ ਜਦੋਂ ਬੁਢੇਪਾ ਆ ਜੇ ਫੇਰ ਹਾਲਤ ਉਦੋਂ ਵੀ ਇਦਾਂ ਦੀ ਹੁੰਦੀ ਆ। ਫਿਰ ਕਹਿਣਗੇ ਜੀ ਹੁਣ ਤੁਰਿਆ ਨਹੀਂ ਜਾਂਦਾ, ਗੋਡੇ ਜਵਾਬ ਦੇਗੇ ਜੀ ਹੁਣ ਬਹੁਤਾ ਸਮਾਂ ਨਹੀਂ ਬਹਿ ਸਕਦੇ ਸੰਗਤ 'ਚ। ਆ ਹੁਣ ਤੱਕ ਸੰਗਤ ਨਹੀਂ ਨਾ ਆਈ, ਇਹੀ ਕਾਰਨ ਹੈ ਕਿ ਬਹੁਤਾ ਸਮਾਂ ਗੁਰੂ ਦੇ ਚਰਨਾਂ ਵਿੱਚ ਬਹਿ ਨਹੀਂ ਸਕਦੇ। ਹਰੇਕ ਬੰਦਾ ਚਾਹੁੰਦਾ ਵੀ ਬੈਠਣਾ ਥੋੜਾ ਸਮਾਂ ਪਵੇ ਤੇ ਗੁਰਾਂ ਦੇ ਕੋਲੋਂ ਸੁੱਖ ਬਹੁਤੇ ਮਿਲ ਜਾਣ। ਜੇ ਮਹਾਰਾਜ ਕਿਤੇ ਪ੍ਰਤੱਖ ਹੋ ਕੇ ਕਿਤੇ ਅਨਾਉਂਸਮੈਂਟ ਕਰਵਾ ਦੇਣ ਵੀ ਆਜੋ ਭਾਈ ਮੈਂ ਪ੍ਰਗਟ ਹੋ ਗਿਆ, ਜਿਹਨੇ ਸੁੱਖ ਲੈਣੇ ਆ ਆਜੋ ਭੱਜ ਕੇ ਵੇਖਿਓ ਕਿਵੇਂ ਭੀੜਾਂ ਲੱਗਦੀਆਂ। ਦੇਖਿਓ ਕਿੰਨੇ ਇਕੱਠ ਹੁੰਦੇ ਆ। ਫਿਰ ਅਜੇ ਅਸੀਂ ਹਨੇਰੇ ਵਿੱਚ ਹੀ ਤੁਰੇ ਫਿਰਦੇ ਆ ਵੀ ਪਤਾ ਨਹੀਂ ਮਿਲੂਗਾ ਕੀ ਨਹੀਂ ਮਿਲੂਗਾ। ਪਰ ਬੰਦਾ ਜੇ ਅੰਤ ਵੇਲੇ ਸੋਚੇ ਵੀ ਅੰਤ ਵੇਲੇ ਮੈਂ ਨਾਮ ਜਪ ਲਾਂਗਾ, ਅੰਤ ਵੇਲੇ ਆਖਰੀ ਸਮੇਂ ਬਜ਼ੁਰਗੀ ਵਿੱਚ ਬੁੱਢੇ ਹੋ ਕੇ ਬਾਣੀ ਪੜ੍ਹ ਲਾਂਗੇ, ਬੁੱਢੇ ਹੋ ਕੇ ਸੇਵਾ ਕਰ ਲਾਂਗੇ। ਪੁੱਛੋ ਬਜ਼ੁਰਗਾਂ ਨੂੰ ਵੀ ਸੇਵਾ ਹੁੰਦੀ ਹੈ? ਫਿਰ ਤਾਂ ਬਹਿ ਕੇ ਦਰਸ਼ਨ ਮੇਲਾ ਹੀ ਕਰ ਸਕਦੇ ਆ ਆਪਾਂ। ਅੰਤ ਕੋ ਚਾਹਨ ਜੋ ਗਏ ਸੇ ਆਏ ਅੰਤ ਗਵਾਏ। ਜਿਹੜੇ ਅੰਤ ਵੇਲੇ ਇੱਛਾ ਰੱਖਦੇ ਨਾ ਵੀ ਅਸੀਂ ਇਦਾਂ ਕਰ ਲਾਂਗੇ, ਉਹ ਅੰਤ ਵੀ ਗਵਾ ਦਿੰਦੇ ਆਪਣਾ। ਆਵੇ ਅੰਤ ਨਾ ਭਜਿਆ ਜਾਈ, ਅੰਤ ਆ ਗਿਆ ਮੁੜ ਕੇ ਪ੍ਰਮਾਤਮਾ ਦਾ ਨਾਮ ਨਹੀਂ ਜਪਿਆ ਜਾਣਾ। ਫਿਰ ਤਾਂ ਦੰਦਾਂ ਨੇ ਜਵਾਬ ਦੇ ਦੇਣਾ। ਮੁੜ ਕੇ ਵਾਹਿਗੁਰੂ ਕਹਿੰਦਾ ਤੇ ਵਾਹਿਗੁਰੂ ਹੀ ਨਿਕਲਦਾ ਮੂੰਹ ਦੇ ਵਿੱਚੋਂ। ਵਾਹਿਗੁਰੂ ਦਾ ਸ਼ਬਦ ਵੀ ਸ਼ੁੱਧ ਨਹੀਂ ਉਚਾਰਨ ਕਰਦਾ। ਧਰਨ ਗਗਨ ਬੂੰਦ ਨਾ ਬਰਖੈ, ਨਾਦ ਕਹਾਂ ਜੋ ਸਮਾਨਾ ਪਾਰ ਬ੍ਰਹਮ ਪਰਮੇਸ਼ਰ ਮਾਧੋ ਪਾਰ ਪਰਮ ਹੰਸ ਲੈ ਸਦਾਨਾ। ਜਦੋਂ ਆਖਰੀ ਸਮਾਂ ਆਉਂਦਾ ਹੈ, ਬਾਬਾ ਬੋਲਤੇ ਤੇ ਕਹਾਂ ਗਏ, ਦੇਹੀ ਕੇ ਸੰਗ ਰਹਤੇ ਸੁਰਤ ਮਾਹੇ ਜੋ ਨਿਰਤੇ ਕਰਤੇ ਕਥਾ ਵਾਰਤਾ ਕਹਤੇ। ਬਜਾਵਨ ਹਾਰੂ ਕਹਾਂ ਗਇਓ, ਜਨੇ ਹੋ ਮੰਦਰ ਕੀਨਾ ਸਾਖੀ ਸ਼ਬਦ। ਪੰਜ ਸ਼ਬਦ ਨਹੀਂ ਉਚਰੈ, ਖਿੱਚ ਤੇਜ ਸਭ ਲੀਨਾ। ਜਦੋਂ ਪ੍ਰਮਾਤਮਾ ਨੇ ਆਪਣਾ ਤੇਜ ਖਿੱਚ ਲਿਆ ਨਾ, ਆਤਮਾ ਨੂੰ ਖਿੱਚ ਲਿਆ, ਜਦੋਂ ਉਹਨੇ ਸਵਾਸ ਖਿੱਚ ਲਏ, ਮੁੜ ਕੇ ਕੀ ਕਰਾਂਗੇ? ਤੇਜ ਖਿੱਚ ਸਭ ਲੀਨਾ, ਥਰ ਹਰ ਕੰਪੈ ਬਾਲਾ ਜੀਓ,
ਕਿਆ ਜਾਨੋ ਕਿਆ ਕਰ ਸੋ ਪੀਓ, ਰਹਿਣ ਗਈ ਮਤ ਦਿਨ ਪੀ ਜਾਏ, ਪਵਰ ਗਏ ਬਗ ਬੈਠੇ ਆਏ, ਕਾਚਾ ਕਰਬੈ ਰਹਿ ਨਾ ਪਾਨੀ। ਕਹਿੰਦੇ ਜਦੋਂ ਕਾਲੇ ਵਾਲਾਂ ਤੋਂ ਧੌਲੇ ਆ ਗਏ, ਜਿਵੇਂ ਕੱਚੇ ਭਾਂਡੇ ਵਿੱਚ ਬਹੁਤਾ ਟਾਈਮ ਪਾਣੀ ਨਹੀਂ ਨਾ ਖੜਦਾ, ਕੱਚੇ ਭਾਂਡੇ ਨੇ ਖੁਰ ਜਾਣਾ ਹੈ। ਇਸੇ ਤਰ੍ਹਾਂ ਬੰਦਿਆ ਜਦੋਂ ਤੇਰਾ ਆਖਰੀ ਸਮਾਂ ਆ ਗਿਆ, ਮੁੜ ਕੇ ਤੇਰਾ ਵੀ ਕੋਈ ਭਰੋਸਾ ਨਹੀਂ। ਭਰੋਸਾ ਤਾਂ ਇੱਕ ਛਿਨ ਦਾ ਨਹੀਂ, ਨਾ ਬੱਚੇ ਦਾ, ਨਾ ਕਿਸੇ ਬਹੁਤੇ ਜਵਾਨ ਦਾ, ਤੇ ਬੁਢੇਪਾ ਦਾ ਤਾਂ ਕੋਈ ਕਹਿ ਦਈਏ ਭਾਈ ਵਿਸਾਹ ਹੈ ਹੀ ਨਹੀਂ। ਜਦੋਂ ਲੱਤਾਂ ਕੰਬਣ ਲੱਗ ਗਈਆਂ, ਸਰੀਰ ਕੰਬਣ ਲੱਗ ਗਿਆ, ਫਿਰ ਤਾਂ ਕੁਝ ਕੀਤਾ ਨਹੀਂ ਨਾ ਜਾਣਾ। ਇਹ ਤਾਂ ਰਹਿਣ ਰਾਤ ਚਲੀ ਗਈ, ਦਿਨ ਵੀ ਚਲਿਆ ਜਾਣਾ। ਰਾਤ ਆਪਣੀ ਚੰਗੀ ਹੋਈ ਕਿ ਆਪਾਂ ਮਹਾਰਾਜ ਦੇ ਚਰਨਾਂ ਵਿੱਚ ਬੈਠ ਕੇ ਸੰਗਤ ਕਰ ਲਈ, ਦਿਨ ਵੀ ਮਹਾਰਾਜ ਦੀ ਕਿਰਪਾ ਨਾਲ ਹੀ ਬੀਤ ਰਿਹਾ ਕਿ ਗੁਰੂ ਦੇ ਚਰਨਾਂ ਵਿੱਚ ਕਿੰਨਾ ਸਮਾਂ ਹੋ ਗਿਆ ਬੈਠਿਆਂ ਨੂੰ। ਅੱਜ ਤਾਂ ਹੋ ਜਾਏਗਾ ਸਫਲ, ਤੇ ਕੱਲ ਨੂੰ ਕੀ ਕਰਾਂਗੇ? ਅੱਜ ਰਾਤ ਨੂੰ ਬਹੁਤਿਆਂ ਨੇ 8 ਵਜੇ ਸੌਂ ਜਾਣਾ, ਮੁੜ ਕੇ ਡੇਲੀ ਰੁਟੀਨ ਉਹੀ ਚੱਲਦੀ ਹੈ ਨਾ ਆਪਣੀ। ਲਾਹਾ ਤਾਂ ਲਿਆ ਨਹੀਂ, ਨਾ ਸਿੱਖਿਆ ਕੁਝ ਆਪਾਂ ਪ੍ਰੋਗਰਾਮ ਤੋਂ ਸਮਾਗਮ ਤੋਂ ਲਾਹਾ ਲਿਆ। ਪਰ ਜਿਨ੍ਹਾਂ ਮਹਾਪੁਰਖਾਂ ਦੀ ਯਾਦ ਵਿੱਚ ਆਪਾਂ ਜੁੜ ਬੈਠੇ ਆ, ਧੰਨ ਧੰਨ ਸ਼੍ਰੀਮਾਨ ਸੰਤ ਬਾਬਾ ਈਸਰ ਸਿੰਘ ਜੀ ਰਾੜਾ ਸਾਹਿਬ ਵਾਲੇ, ਜਦੋਂ ਉਹਨਾਂ ਦਾ ਆਖਰੀ ਸਮਾਂ ਨੇੜੇ ਆਇਆ, ਬ੍ਰਹਮ ਗਿਆਨੀ 3 ਕਾਲਾਂ ਦੀ ਸੋਝੀ ਰੱਖਦਾ। ਜਿਹੜਾ ਸਮਾਂ ਬੀਤ ਗਿਆ ਉਹਦਾ ਵੀ ਪਤਾ ਹੈ, ਜਿਹੜਾ ਸਮਾਂ ਚੱਲ ਰਿਹਾ ਬ੍ਰਹਮ ਗਿਆਨੀ ਨੂੰ ਇਹਦਾ ਵੀ ਪਤਾ। ਇਸੇ ਤਰ੍ਹਾਂ ਜਿਹੜਾ ਸਮਾਂ ਆਉਣ ਵਾਲਾ ਬ੍ਰਹਮ ਗਿਆਨੀ ਨੂੰ ਉਹਦਾ ਵੀ ਪਤਾ। ਕੱਲਾ ਹੀ ਨਹੀਂ ਬ੍ਰਹਮ ਗਿਆਨੀ ਜਿਹੜੇ ਪਿੰਡ 'ਚ ਬੈਠਾ ਵੀ ਕੱਲਾ ਪਿੰਡ ਦਾ ਹੀ ਪਤਾ ਹੋਏਗਾ। ਬ੍ਰਹਮ ਗਿਆਨੀ 3 ਕਾਲਾਂ ਦੀ ਔਰ 3 ਲੋਕਾਂ ਦੀ ਸੋਝੀ ਰੱਖਦਾ ਹੈ। ਬ੍ਰਹਮ ਗਿਆਨੀ ਜਿਹਦੀ ਦ੍ਰਿਸ਼ਟੀ ਸਾਰਿਆਂ ਤੇ ਹੀ ਆ। ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ, ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ। ਬ੍ਰਹਮ ਗਿਆਨੀ ਆਪ ਪਰਮੇਸ਼ਰ, ਬ੍ਰਹਮ ਗਿਆਨੀ ਤਾਂ ਆਪ ਪਰਮਾਤਮਾ ਹੈ, ਉਹਦੇ 'ਚ ਕੋਈ ਫਰਕ ਨਹੀਂ ਹੈ। ਤੇ ਪਰਮਾਤਮਾ ਵੀ ਸਭ ਕੁਝ ਜਾਣਦਾ। ਇਸੇ ਤਰ੍ਹਾਂ ਜਿਹੜਾ ਬ੍ਰਹਮ ਗਿਆਨੀ ਹੈ ਉਹ ਤਾਂ ਸਭ ਦੇ ਦਿਲਾਂ ਦੀਆਂ ਜਾਣਦਾ ਹੁੰਦਾ। ਮਹਾਪੁਰਖ ਜਾਣਦੇ ਨੇ ਸਭ ਦੇ ਦਿਲਾਂ ਦੀਆਂ, ਤੇ ਆਪਣੀ ਵੀ ਜਾਣਦੇ ਆ। ਆਪਣਾ ਲੋਕਾਂ ਦਾ ਸੁਭਾਅ ਕਿ ਆਪਾਂ ਜਾਣਿਆ ਜੋਤਸ਼ੀਆਂ ਦੇ, ਪੰਡਤਾਂ ਨੂੰ ਹੱਥ ਦਿਖਾਉਨੇ ਆ ਕਿ ਪੰਡਤ ਜੀ ਸਾਡਾ ਹੱਥ ਦੇਖੋ, ਟੇਵਾ ਦੇਖੋ, ਸਾਡੀ ਜਨਮ ਕੁੰਡਲੀ ਦੇਖੋ। ਤੇ ਪਤਾ ਭਾਵੇਂ ਉਹਨੂੰ ਕੱਖ ਦਾ ਨਾ ਹੋਵੇ, ਪਰ ਵਹਿਮਾਂ ਭਰਮਾਂ 'ਚ ਜ਼ਰੂਰ ਪਾ ਲੈਂਦਾ ਜੀ। ਉਹਨੂੰ ਆਪਦਾ ਪੁੱਛੋ ਵੀ ਹਾਂ ਪੰਡਤ ਜੀ ਤੁਸੀਂ ਦੱਸੋ ਤੁਹਾਡੇ ਨਾਲ ਕੀ ਹੋਏਗਾ ਮਿੰਟ ਬਾਅਦ, ਤੇ ਪੰਡਤ ਦੇ ਹੱਥ ਖੜੇ ਹੋ ਜਾਂਦੇ ਨਾ ਜੋਤਸ਼ੀਆਂ ਦੇ, ਕਿਉਂਕਿ ਗੱਲਾਂ ਵਾਲੇ ਨੇ। ਪਰ ਬ੍ਰਹਮ ਗਿਆਨੀ ਮਹਾਪੁਰਖ ਸਭ ਦੇ ਦਿਲਾਂ ਦੀਆਂ ਜਾਣਦੇ ਨੇ। ਉਹਨਾਂ ਦੀ ਰਸਨਾ ਤੇ ਆਪ ਗੁਰੂ ਨਾਨਕ ਪਰਮੇਸ਼ਰ ਵਸਦਾ ਹੈ। ਬ੍ਰਹਮ ਗਿਆਨੀ ਜੀ ਆਪ ਪਰਮੇਸ਼ਰ, ਆਪ ਪਰਮੇਸ਼ਰ। 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 ਬ੍ਰਹਮ ਗਿਆਨੀ ਤਾਂ ਆਪ ਪਰਮਾਤਮਾ। ਬ੍ਰਹਮ ਗਿਆਨੀ ਕੋ ਖੋਜ ਹੈ ਮਹੇਸ਼ਰ ਨਾਨਕ। ਜਿਸ ਬ੍ਰਹਮ ਗਿਆਨੀ ਨੂੰ ਮਹੇਸ਼ਰ ਸ਼ਿਵ ਜੀ ਲੱਭਦਾ ਫਿਰਦਾ ਹੈ, ਭਗਵਾਨ ਲੱਭਦਾ ਫਿਰਦਾ ਸ਼ਿਵ ਜੀ, ਤੇ ਬ੍ਰਹਮ ਗਿਆਨੀ ਆ ਪਰਮਾਤਮਾ ਹੈ। ਸੰਤ ਬਾਬਾ ਈਸਰ ਸਿੰਘ ਜੀ ਮਹਾਰਾਜ ਆਪਣਾ ਸਮਾਂ ਜਾਣਦੇ ਆ ਕਿ ਅੱਜ ਤੋਂ ਕੁਝ ਮਹੀਨਿਆਂ ਨੂੰ, ਕੁਝ ਦਿਨਾਂ ਨੂੰ ਅਸੀਂ ਸਰੀਰ ਕਰਕੇ ਚਲੇ ਜਾਣਾ ਹੈ, ਸਦਾ ਨਹੀਂ ਰਹਿਣਾ। ਤੇ ਬੜਾ ਸੰਗਤਾਂ ਦਾ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਰਹਿਣ ਵਾਲੀਆਂ ਸੰਗਤਾਂ ਦਾ ਬੜਾ ਪ੍ਰੇਮ ਹੈ ਮਹਾਂਪੁਰਖਾਂ ਨਾਲ।
ਬਹੁਤੇ ਸਿੱਖ ਸ਼ਰਧਾਲੂ ਸ਼ਰਧਾ ਵਾਲੇ ਇਹੋ ਜਿਹੇ ਨੇ ਜਿਹੜੇ ਮਹਾਪੁਰਖਾਂ ਬਿਨਾਂ ਇੱਕ ਮਿੰਟ ਨਹੀਂ ਇੱਕ ਪਲ ਨਹੀਂ ਰਹਿ ਸਕਦੇ। ਜਿਸ ਪਿਆਰੇ ਸਿਓ ਨੇਹੋ ਤਿਸ ਆਗੇ ਮਰ ਚੱਲੀਐ ਤ੍ਰਿਗ ਜੀਵਨ ਸੰਸਾਰ ਤਾਕੈ ਪਾਛੈ ਜੀਵਨ। ਜਿਹਦੇ ਨਾਲ ਪਿਆਰ ਹੋਵੇ ਪ੍ਰੇਮ ਹੋਵੇ ਉਹਦੇ ਬਿਨਾਂ ਤਾਂ ਇੱਕ ਪਲ ਨਹੀਂ ਰਿਹਾ ਜਾਂਦਾ। ਤੇ ਮਹਾਪੁਰਖਾਂ ਦਾ ਹਿੰਦੁਸਤਾਨ ਦੇ ਵਿੱਚ ਪੰਜਾਬ ਦੇ ਵਿੱਚ ਬਹੁਤਾ ਪਿਆਰ ਸੰਗਤਾਂ ਨਾਲ। ਮਹਾਪੁਰਖ ਸੋਚਦੇ ਆ ਵੀ ਮੈਂ ਮੇਰੇ ਆਖਰੀ ਸਵਾਸ ਜਿੱਥੇ ਪੂਰੇ ਹੋਣੇ ਆ ਉਹ ਧਰਤੀ ਹੋਰ ਹੈ। ਤੇ ਮਹਾਪੁਰਖਾਂ ਨੇ ਸੰਤ ਬਾਬਾ ਕਿਸ਼ਨ ਸਿੰਘ ਜੀ ਮਹਾਰਾਜ ਛੋਟਿਆਂ ਨਾਲ ਬਚਨ ਬਿਲਾਸ ਕੀਤੇ ਕਿ ਸੰਤ ਜੀ ਸਾਡਾ ਸਮਾਂ ਨੇੜੇ ਆ ਗਿਆ, ਆ ਗੱਡੀ ਪੁਰਾਣੀ ਹੋ ਗਈ ਹੁਣ। ਮਹਾਂਪੁਰਖ ਰਾਮਜਾਂ ਵਿੱਚ ਗੱਲਾਂ ਕਰਦੇ ਆ ਕਿ ਸੰਤ ਜੀ ਆ ਸਰੀਰ ਰੂਪੀ ਗੱਡੀ ਪੁਰਾਣੀ ਹੋ ਗਈ, ਹੁਣ ਗੱਡੀ ਬਦਲਣ ਦਾ ਸਮਾਂ ਆ ਗਿਆ। ਤੇ ਮਹਾਂਪੁਰਖ ਕਹਿਣ ਲੱਗੇ ਵੱਡੇ ਸੰਤ ਜੀ ਤੁਹਾਡੀ ਮੌਜ ਹੈ, ਗੱਡੀ ਬਦਲਣੀ ਆ ਗੱਡੀ ਬਦਲ ਲੋ, ਜੇ ਜਾਣਾ ਚਲੇ ਜਾਓ ਕੋਈ ਗੱਲ ਨਹੀਂ, ਸਮਾਂ ਸਾਰਿਆਂ ਤੇ ਆਉਂਦਾ ਹੈ। ਪਰ ਇੰਨਾ ਕੁ ਧਿਆਨ ਰੱਖਿਓ ਵੀ ਸਰੀਰ ਛੱਡਣਾ ਤੇ ਪੰਜਾਬ 'ਚ ਹੀ ਰਾੜਾ ਸਾਹਿਬ ਹੀ ਛੱਡ ਦਿਓ, ਬਾਹਰ ਨਾ ਕਿਤੇ, ਕਿਉਂ ਵੀ ਜਾਣੀ ਜਾਣਦੇ। ਪਰ ਬਚਨ ਬਿਲਾਸ ਹੋਏ ਵੀ ਨਹੀਂ ਇੱਥੇ ਨਹੀਂ, ਸਾਡਾ ਟਿਕਾਣਾ ਕਿਤੇ ਹੋਰ ਹੈ, ਉੱਥੇ ਛੱਡਾਂਗੇ। ਪੰਜਾਬ ਦਾ ਆਖਰੀ ਦੀਵਾਨ ਲੁਧਿਆਣੇ ਸ਼ਹਿਰ ਦਾ ਮਹਾਂਪੁਰਖਾਂ ਨੇ ਲਾਇਆ ਤੇ ਸੰਗਤਾਂ ਨੂੰ ਮਹਾਂਪੁਰਖਾਂ ਨੇ ਰਮਜਾਂ ਵਿੱਚ ਹੀ ਗੱਲਾਂ ਕੀਤੀਆਂ, ਬਚਨ ਕੀਤੇ। ਹੁਣ ਮਹਾਂਪੁਰਖਾਂ ਦੀਆਂ ਰਮਜਾਂ ਨੂੰ ਕੌਣ ਜਾਣਦਾ ਹੈ? ਪੜਦੇ ਆ ਦੱਦਾ ਆਖੇ ਦੂਰ ਬੜੀ ਮੰਜ਼ਿਲ ਫਕੀਰਾਂ ਵਾਲੀ, ਦੁਨੀਆ ਕੀ ਜਾਣੇ ਇੱਥੇ ਫਕਰ ਵਿਰਾਜਦੇ, ਸੁਣ ਜੋ ਸਮਾਧ ਲੱਗੀ ਨਾਲ ਪਰਮਾਤਮਾ ਦੇ, ਦੁਨੀਆ ਕੀ ਜਾਣੇ ਸਾਧੂ ਸੁੱਤੇ ਆ ਕੇ ਜਾਗਦੇ। ਰੰਗ ਨਾ ਭਗਵਾ ਕਾਲਾ, ਗਲ ਵਿੱਚ ਤਸਵੀ ਨਾ ਮਾਲਾ, ਰਹਿਣ ਸਜਦੇ ਨਿਵਾਜਦੇ ਲੋਕ ਵੇਗਿਆਤ, ਮੁੱਲ ਪਾਮਦੇ ਪਖੰਡੀਆਂ ਦਾ, ਵਿਰਲੇ ਸਰੋਤੇ ਜਿਹੜੇ ਫਕਰਾਂ ਦੇ ਰਾਹ। ਰੱਬ ਦੇ ਪਿਆਰਿਆਂ ਦੀਆਂ ਰਮਜਾਂ ਨੂੰ ਸਮਝਣਾ ਹਰੇਕ ਦੇ ਵੱਸ ਦੀ ਗੱਲ ਨਹੀਂ ਹੈ। ਤੇ ਮਹਾਂਪੁਰਖ ਲੁਧਿਆਣੇ ਦੇ ਆਖਰੀ ਦੀਵਾਨ ਵਿੱਚ ਬਚਨ ਕਰਦੇ ਆ, ਹੁਣ ਤਾਂ ਹੋਣਗੇ ਸੰਜੋਗੀ ਮੇਲੇ ਨਦੀਆਂ ਦੇ ਨੀਰ ਵਿਛੜ, ਹੋਣਗੇ ਸੰਜੋਗੀ ਮੇਲੇ ਨਦੀਆਂ ਦੇ ਨੀਰ ਵਿਛੜੇ, ਹੋਣਗੇ ਸੰਜੋਗੀ ਮੇਲੇ ਨਦੀਆਂ ਦੇ ਨੀਰ ਵਿਛੜੇ, ਹੁਣ ਤਾਂ ਹੋਣਗੇ ਸੰਜੋਗੀ ਮੇਲੇ ਨਦੀਆਂ ਦੇ ਨੀਰ ਵਿਛੜੇ, ਹੋਣਗੇ ਸੰਜੋਗੀ ਮੇਲੇ ਨਦੀਆਂ ਦੇ ਨੀਰ ਵਿਛੜੇ, ਹੁਣ ਤਾਂ ਹੋਣਗੇ ਸੰਜੋਗੀ ਮੇਲੇ ਨਦੀਆਂ ਦੇ ਨੀਰ ਵਿਛੜੇ, ਹੁਣ ਤਾਂ ਹੋਣਗੇ ਸਬਬਾਂ ਨਾਲ ਮੇਲੇ ਨਦੀਆਂ ਦੇ ਨੀਰ ਵਿਛੜੇ, ਹੋਣਗੇ ਸਬਬਾਂ ਨਾਲ ਮੇਲੇ ਨਦੀਆਂ ਦੇ ਨੀਰ ਵਿਛੜੇ, ਹੋਣਗੇ ਸਬਬਾਂ ਨਾਲ ਮੇਲੇ ਨਦੀਆਂ ਦੇ ਨੀਰ ਵਿਛੜੇ, ਹੁਣ ਤਾਂ ਹੋਣਗੇ ਸਬਬਾਂ ਨਾਲ ਮੇਲੇ ਨਦੀਆਂ ਦੇ ਨੀਰ ਵਿਛੜੇ, ਨਾਲ ਮੇਲੇ ਨਦੀਆਂ ਦੇ ਨੀਰ ਵਿਛੜੇ, ਹੋਣਗੇ ਸਬਬਾਂ ਨਾਲ ਮੇਲੇ ਨਦੀਆਂ ਦੇ ਨੀਰ ਵਿਛੜੇ। ਹਾਂਜੀ ਨਦੀਆਂ ਵਾਹਾਂ ਵਿਛੁੰਦੇ ਆ ਮੇਲਾ ਜੋਗੀ ਰਾਮ
जोग जोग मीठा विस भरे को जाने जोगी। ਇਹ ਬਚਨ ਧਾਰਨਾ ਮਹਾਂਪੁਰਖਾਂ ਨੇ ਪੜ੍ਹੀ। ਆਖਰੀ ਦੀਵਾਨ ਲੁਧਿਆਣੇ ਦਾ ਲਾਇਆ। ਹੁਣ ਕਿਸੇ ਨੂੰ ਸਮਝ ਨਾ ਆਵੇ ਵੀ ਮਹਾਂਪੁਰਖ ਕਿਵੇਂ ਬਚਨ ਕਰ ਗਏ, ਪਰ ਜਿਹੜੇ ਨਿਕਟ ਵਰਤੀ ਕੋਲ ਰਹਿਣ ਵਾਲੇ ਬੇਹੰਗਮ ਸੇਵਾਦਾਰ ਸੰਤ ਬਾਬਾ ਮਹਿੰਦਰ ਸਿੰਘ ਜੀ ਜਰਗ ਵਾਲੇ, ਜਿਨ੍ਹਾਂ ਨੂੰ ਮਹਾਂਪੁਰਖਾਂ ਦੀ ਸੰਗਤ ਦਾ ਰੰਗ ਚੜਿਆ ਹੋਇਆ, ਉਹਨਾਂ ਨੇ ਕਿਤੇ ਸਵਾਲ ਕਰ ਲਿਆ ਮਹਾਰਾਜ ਨੂੰ ਕਿ ਮਹਾਰਾਜ ਤੁਸੀਂ ਅੱਜ ਬਚਨ ਤਕਰੀਬਨ ਦੀਵਾਨਾਂ ਵਿੱਚ ਜਾਂ ਆਮ ਕੁਰਸੀ ਤੇ ਬਹਿ ਕੇ ਬਚਨ ਤੁਸੀਂ ਮਹਾਰਾਜ ਜੀ ਆਖਰੀ ਸਮੇਂ ਵਾਲੇ ਕਰ ਰਹੇ ਹੋ, ਕੀ ਭੇਦ ਆ? ਕਹਿੰਦੇ ਜਥੇਦਾਰਾ ਦੱਸਾਂਗੇ ਟਾਈਮ ਆਉਣ ਤੇ। ਉਸ ਤੋਂ ਬਾਅਦ ਦਿੱਲੀ ਦੀਵਾਨ ਲੱਗੇ, ਦਿੱਲੀ ਦਾ ਆਖਰੀ ਦੀਵਾਨ, ਉਥੇ ਰਮਜਾ ਮਾਰ ਗਏ ਮਹਾਂਪੁਰਖ ਵੀ ਮੁੜ ਕੇ ਹੁਣ ਮੇਲਾ ਨਹੀਂ ਹੋਣਾ। ਦਿੱਲੀ ਤੋਂ ਸਿੱਧਾ 에ਅਰਪੋਰਟ ਤੋਂ ਮਹਾਂਪੁਰਖ ਪਾਲਮ ਹਵਾਈ ਅੱਡੇ ਤੋਂ ਇੰਗਲੈਂਡ ਨੂੰ ਮਹਾਂਪੁਰਖ ਚਲੇ ਗਏ। ਇੰਗਲੈਂਡ ਦੀਵਾਨ ਲਾਏ ਮਹਾਂਪੁਰਖਾਂ ਨੇ, ਔਰ ਤਕਰੀਬਨ ਕੁਝ ਦੀਵਾਨ ਲਾਗੇ, ਇੱਕ ਦੀਵਾਨ ਬਾਕੀ ਸੀ। ਉਹ ਤੋਂ ਪਹਿਲਾਂ ਰਾਤਰੀ ਨੂੰ ਮਹਾਂਪੁਰਖਾਂ ਨੇ ਦੀਵਾਨ ਲਾਇਆ ਤੇ ਬਚਨ ਕਰਤਾ ਕਿ ਸੰਗਤ ਜੀ ਇੱਕ ਦੀਵਾਨ ਬਾਕੀ ਹੈ ਤੇ ਮਾਫ ਕਰਨਾ ਵੀ ਇਹ ਦੀਵਾਨ ਲੱਗਣਾ ਨਹੀਂ, ਸਰੀਰ ਇਜਾਜ਼ਤ ਨਹੀਂ ਦੇ ਰਿਹਾ। ਹੁਣ ਸੰਗਤ ਵਿਆਕੁਲ ਹੈ ਵੀ ਮਹਾਂਪੁਰਖ ਤਾਂ ਭਾਵੇਂ ਸਾਰੀ ਜ਼ਿੰਦਗੀ ਇੱਥੇ ਕੀਰਤਨ ਕਰੀ ਜਾਣ, ਅਸੀਂ ਤਾਂ ਵੀ ਨਹੀਂ ਮਹਾਂਪੁਰਖਾਂ ਨੂੰ ਕਹਿਣਾ ਵੀ ਬਸ ਕਰੋ। ਆਪਣੀ ਤਾਂ ਬਸ ਹੋ ਜਾਂਦੀ ਆ ਨਾ, ਆਪਾਂ ਤਾਂ ਕਹਿੰਦੇ ਨੇ ਬਾਬੇ ਹਟਦੇ ਹੀ ਨਹੀਂ, ਚਲੋ ਜਦੋਂ ਸਮਾਪਤੀ ਕਰਨਗੇ ਉਦੋਂ ਹੀ ਜਾਵਾਂਗੇ, ਬਹੁਤਿਆਂ ਦਾ ਸੁਭਾਅ। ਤੇ 10 ਵਜੇ ਤੋਂ ਤਕਰੀਬਨ ਕੀਰਤਨ ਆਰੰਭ ਹੋਇਆ। ਪਹਿਲਾਂ ਕਵੀਸ਼ਰੀ ਜਥਾ ਬੱਚੀਆਂ ਨੇ ਬੜਾ ਗੁਰੂ ਦਾ ਜਸ ਕੀਤਾ ਨਿੱਕੀ ਉਮਰ ਦੇ ਵਿੱਚ, ਤੇ ਹੁਣ ਸਾਡੇ ਤੋਂ ਬਾਅਦ ਸਤਿਕਾਰਯੋਗ ਬਾਬਾ ਪਰਮਪ੍ਰੀਤ ਸਿੰਘ ਖਾਲਸਾ ਨਥਮਲਪੁਰ ਵਾਲੇ ਪਹੁੰਚੇ ਹੋਏ ਆ, ਤੇ ਤਕਰੀਬਨ 12:30 ਵਜੇ ਤੋਂ ਮਹਾਂਪੁਰਖਾਂ ਨੇ ਕਿਰਪਾ ਕਰਨੀ ਹੈ। ਤੇ ਹੁਣ ਬਹੁਤਿਆਂ ਦੇ ਮਨ ਵਿੱਚ ਇਹੀ ਖਿਆਲ ਆ ਵੀ ਟਾਈਮ ਤੇ ਜਾਵਾਂਗੇ। ਬਾਕੀ ਰਾਤ ਨੂੰ ਤਾਂ ਪਤਾ ਵੀ ਬਹੁਤਾ ਇਕੱਠ ਸੀ ਸੰਗਤ ਦਾ, ਸਾਰਾ ਦਰਬਾਰ ਸਾਹਿਬ ਫੁੱਲ ਹੁੰਦਾ ਹੈ। ਤੇ ਪਿਛਲੇ ਸਾਲ ਵੀ ਇਹੀ ਦੇਖਿਆ ਕਿ ਦਿਨੇ ਇਕੱਠ ਬਹੁਤ ਘੱਟ ਹੁੰਦਾ ਹੈ, ਤੇ ਸਾਡੇ ਵਰਗਿਆਂ ਤਾਂ ਸਰ ਜਾਂਦਾ। ਜੇ ਹੁਣ ਚੜ੍ਹਦੀ ਕਲਾ ਵਾਲੇ ਜਥੇ ਮਹਾਂਪੁਰਖਾਂ ਨੂੰ ਬੁਲਾਈਏ, ਫਿਰ ਸੰਗਤ ਨੂੰ ਵੀ ਸਬੂਤ ਦੇਣਾ ਪੈਂਦਾ ਨਾ ਪਿਆਰ ਦਾ। ਤੇ ਵੇਖੋ ਜਥੇ ਤਾਂ ਦੂਰੋਂ ਦੂਰੋਂ ਟਾਈਮ ਕੱਢ ਕੇ ਆਉਂਦੇ ਨੇ, ਕਿੰਨੇ ਪ੍ਰੋਗਰਾਮ ਕੈਂਸਲ ਕਰਨੇ ਪੈਂਦੇ ਆ। ਤੇ ਅੱਜ ਐਤਵਾਰ ਦੇ ਕਿੰਨੇ ਕਿੰਨੇ ਪ੍ਰੋਗਰਾਮ ਹਰੇਕ ਜਥੇ ਨੂੰ ਨੇ, ਤੇ ਨਾ ਕੋਈ ਸਾਜੀ ਵਿਹਲਾ ਐਤਵਾਰ ਨੂੰ ਮਿਲੇ, ਨਾ ਕੋਈ ਮਹਾਂਪੁਰਖ ਜਥਾ ਮਿਲੇ। ਐਤਵਾਰ ਨੂੰ ਬੜੇ ਪ੍ਰੋਗਰਾਮ ਹੁੰਦੇ ਆ। ਕਈ ਫਿਰ ਬਹੁਤੇ ਪ੍ਰੇਮੀ ਹੁੰਦੇ ਆ, ਕਹਿਣਗੇ ਬਾਬਾ ਜੀ ਆ ਜਿਓ, ਭੇਟਾ ਭਾਵੇਂ ਵੱਧ ਲੈ ਲਿਓ। ਐਦਾਂ ਵੀ ਬਹੁਤਿਆਂ ਦਾ ਹੋ ਜਾਂਦਾ ਕਈ ਵਾਰ, ਪਰ ਫੇਰ ਵੀ ਜਿਨ੍ਹਾਂ ਨੇ ਜਿੱਥੇ ਹਾਂ ਕਰਤੀ, ਸਮਾਂ ਦੇਤਾ, ਫਿਰ ਅਗਲੇ ਪਹੁੰਚਦੇ ਆ ਸਮੇਂ ਚੋਂ ਸਮਾਂ ਕੱਢ ਕੇ। ਪਰ ਸੰਗਤ ਆਪਣੇ ਸਮੇਂ ਵਿੱਚੋਂ ਸਮਾਂ ਨਹੀਂ ਕੱਢਦੀ। ਤੇ ਜਿਵੇਂ ਸੰਗਤ ਨੂੰ ਆਉਣਾ ਚਾਹੀਦਾ ਨਾ ਵੀ ਮੇਨ ਜਥੇ ਤੋਂ ਪਹਿਲਾਂ ਸੰਗਤ ਗੁਰੂ ਦੇ ਚਰਨਾਂ ਵਿੱਚ ਬੈਠੀ ਹੋਵੇ। ਤੇ ਸੰਤ ਬਾਬਾ ਈਸਰ ਸਿੰਘ ਮਹਾਰਾਜ ਦੀ ਸੰਗਤ ਇਹੋ ਦੀ ਪਿਆਰ ਵਾਲੀ ਕਿ ਪਹਿਲਾਂ ਹੀ ਮਹਾਂਪੁਰਖਾਂ ਤੋਂ ਆ ਕੇ ਸਾਰੇ ਸਮਾਧੀਆਂ ਲਾ ਕੇ ਬਹਿ ਜਾਂਦੇ। ਤੇ ਜਦੋਂ ਮਹਾਂਪੁਰਖਾਂ ਨੇ ਬਚਨ ਕੀਤੇ ਵੀ ਕੱਲ ਦਾ ਦੀਵਾਨ ਬਾਕੀ ਆ, ਇਹ ਨਹੀਂ ਲੱਗਣਾ ਸਾਡਾ ਸਰੀਰ ਢਿੱਲਾ, ਸਾਡਾ ਸਰੀਰ ਇਜਾਜ਼ਤ ਨਹੀਂ ਦਿੰਦਾ। ਤੇ ਮੁੜ ਕੇ ਮਹਾਂਪੁਰਖਾਂ ਦੀ ਕੁਰਸੀ ਲੱਗੀ ਤੇ ਸੰਗਤ ਸਾਰੀ ਆ ਗਈ। ਮਹਾਂਪੁਰਖਾਂ ਨੂੰ ਬੇਨਤੀਆਂ ਕਰਨ ਵਾਰ-ਵਾਰ ਕਿ ਮਹਾਰਾਜ ਜੀ ਐ ਨਾ ਕਰੋ, ਕੱਲ ਦਾ ਦੀਵਾਨ ਲਾ ਕੇ ਜਾਇਓ। ਹੁਣ ਸੰਗਤ ਨੂੰ ਤਾਂ ਇਉਂ ਲੱਗਦਾ ਵੀ ਮਹਾਂਪੁਰਖਾਂ ਨੇ ਬਸ ਆਖਰੀ ਦੀਵਾਨ ਹੈ ਤੇ ਪੰਜਾਬ ਨੂੰ ਚਲੇ ਜਾਣਗੇ, ਪਰ ਕੋਈ ਇਹ ਨਹੀਂ ਜਾਣਦਾ ਕਿ ਮਹਾਂਪੁਰਖ ਤਾਂ ਸਦਾ ਵਾਸਤੇ ਸਰੀਰ ਦਾ ਓਹਲਾ ਦੇ ਕੇ ਜਾਣਗੇ। ਤੇ ਮਹਾਂਪੁਰਖਾਂ ਨੇ ਸੰਗਤ ਤੋਂ ਫੇਰ ਮਾਫੀ ਮੰਗੀ ਵੀ ਮਾਫ ਕਰਿਓ ਭਾਈ, ਜਦੋਂ ਸਰੀਰ ਹੀ ਨਹੀਂ ਇਜਾਜ਼ਤ ਦਿੰਦਾ ਫਿਰ ਅਗਲਾ ਸਮਾਂ ਤਾਂ ਲਾ ਹੀ ਨਹੀਂ ਸਕਦੇ ਆਪਾਂ। ਤੋ ਸੰਗਤ ਹੁਣ ਮੱਥਾ ਟੇਕ ਕੇ ਨਮਸਕਾਰ ਕਰਕੇ ਮੁੜ ਗਏ ਘਰਾਂ ਨੂੰ ਅਗਲੇ। ਤੇ ਰਾਤ ਦਾ ਮਹਾਂਪੁਰਖਾਂ ਨੇ ਪ੍ਰਸ਼ਾਦਾ ਛਕਿਆ ਤੇ ਕੁਰਸੀ ਤੇ ਬੈਠੇ ਆਸਣ ਤੇ ਜਥਾ ਬੁਲਾ ਲਿਆ ਮਹਾਂਪੁਰਖਾਂ ਨੇ ਕੋਲੇ, ਬਚਨ ਕਰਨ ਲੱਗੇ ਮਹਾਂਪੁਰਖ।
ਤੇ ਜਥੇਦਾਰ ਬਾਬਾ ਮਹਿੰਦਰ ਸਿੰਘ ਨੂੰ ਮਹਾਰਾਜ ਪੁੱਛਦੇ ਆ ਕਿ ਜਥੇਦਾਰਾ, ਜੇ ਕਿਸੇ ਤੋਂ ਭਾਈ ਪੈਸੇ ਉਧਾਰ ਲਈਏ, ਜਿਹੋ ਜਿਹੀਆਂ ਅੱਖਾਂ ਉਧਾਰ ਲੈਣ ਵੇਲੇ ਹੁੰਦੀਆਂ ਨੇ, ਜਦੋਂ ਮੋੜੀਦਾ ਕਰਜ਼ਾ ਕੀ ਉਦੋਂ ਵੀ ਅੱਖਾਂ ਉਦਾਂ ਦੀਆਂ ਹੁੰਦੀਆਂ, ਉਦੋਂ ਵੀ ਬੰਦੇ ਦਾ ਮੂੰਹ ਉਦਾਂ ਦਾ ਹੀ ਹੁੰਦਾ ਹੈ। ਤੇ ਜਥੇਦਾਰ ਕਹਿੰਦੇ ਮਹਾਰਾਜ ਕਿ ਜਦੋਂ ਆਪਾਂ ਕਿਸੇ ਤੋਂ ਪੈਸੇ ਉਧਾਰ ਲੈਂਦੇ ਆ ਨਾ, ਉਦੋਂ ਤਾਂ ਬੰਦਾ ਬੜਾ ਮੂੰਹ ਦਾ ਮਿੱਠਾ ਬਣ ਕੇ ਲੈ ਲੈਂਦਾ ਪੈਸੇ, ਉਦੋਂ ਅੱਖਾਂ ਹੋਰ ਹੁੰਦੀਆਂ ਨੇ। ਤੇ ਜਦੋਂ ਉਧਾਰ ਚੁਕਾਉਣਾ ਹੋਵੇ ਉਦੋਂ ਫਿਰ ਅੱਖਾਂ ਅਗਲਾ ਫਿਰ ਹੋਰ ਤਰੀਕੇ ਨਾਲ ਦਿਖਾਉਂਦਾ ਹੈ। ਫਿਰ ਮਹਾਂਪੁਰਖ ਕਹਿੰਦੇ ਨਹੀਂ ਜਥੇਦਾਰਾ, ਕੋਈ ਇਹੋ ਜਿਹਾ ਹੁੰਦਾ ਭਾਗਾਂ ਵਾਲਾ ਜਿਹੜਾ ਉਧਾਰ ਲੈਣ ਵੇਲੇ ਵੀ ਅੱਖਾਂ ਉਦਾਂ ਦੀਆਂ ਰੱਖੇ ਤੇ ਉਧਾਰ ਚੁਕਾਉਣ ਵੇਲੇ ਵੀ ਉਦਾਂ ਦੀਆਂ ਅੱਖਾਂ ਰੱਖੇ। ਜਥੇਦਾਰ ਜੀ ਪੁੱਛਦੇ ਨੇ ਮਹਾਰਾਜ ਹੁਣ ਸਮਝਾਉਣਾ ਕੀ ਚਾਹੁੰਦੇ ਹੋ? ਕਹਿੰਦੇ ਭਾਈ ਜਥੇਦਾਰਾ, ਜਿਹੋ ਜਿਹਾ ਬੇਦਾਗ ਜੀਵਨ ਪ੍ਰਮਾਤਮਾ ਤੋਂ ਲੈ ਕੇ ਆਏ ਸੀ, ਉਦਾਂ ਦਾ ਬੇਦਾਗ ਜੀਵਨ ਲੈ ਕੇ ਜਾ ਰਹੇ। ਮਹਾਰਾਜ ਨੇ ਪ੍ਰਮਾਤਮਾ ਨੇ ਬੜੀ ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ ਹੈ ਕਿ ਜਿਹੋ ਜਿਹਾ ਸਮਾਂ ਜਿਹੋ ਜਿਹਾ ਸਰੀਰ ਲੈ ਕੇ ਆਏ ਸੀ ਨਾ, ਉਹੋ ਜਿਹਾ ਸਰੀਰ ਵਾਪਸ ਲੈ ਕੇ ਚੱਲੇ ਆ। ਜਥਾ ਹੈਰਾਨ ਔਰ ਬਰਾਗ ਦੇ ਜਦੋਂ ਮਹਾਂਪੁਰਖਾਂ ਨੇ ਇਹੋ ਜਿਹੇ ਬਚਨ ਕੀਤੇ, ਕਈਆਂ ਦੇ ਮਨ ਵਿੱਚ ਬਰਾਗ ਆ ਗਿਆ ਕਿ ਮਹਾਰਾਜ ਤੁਹਾਡੇ ਬਿਨਾਂ ਰਹਿ ਹੀ ਨਹੀਂ ਸਕਦੇ, ਤੁਹਾਡਾ ਵਿਛੋੜਾ ਕਿਵੇਂ ਚੱਲਾਂਗੇ। ਪਰ ਸਮਝਣ ਵਾਲੇ ਸਮਝ ਗਏ ਮਹਾਂਪੁਰਖਾਂ ਦੀਆਂ ਰਮਜਾਂ ਨੂੰ। ਮੁੜ ਕੇ ਜਥਾ ਆਪਣੇ ਆਸਣਾਂ ਤੇ ਆ ਗਿਆ ਤੇ ਮਹਾਂਪੁਰਖ ਆਪਣੇ ਆਸਣ ਤੇ ਆਰਾਮ ਕਰਨ ਲੱਗ ਗਏ। ਹੁਣ ਆਰਾਮ ਕੀ ਕਰਨਾ ਸੀ, ਚੌਂਕੜਾ ਮਾਰਿਆ ਮਹਾਂਪੁਰਖਾਂ ਨੇ, ਨਾਮ ਜਪਦੇ ਜਪਦੇ ਚੌਂਕੜੇ ਦੇ ਵਿੱਚ ਹੀ ਮਹਾਂਪੁਰਖਾਂ ਨੇ ਸਰੀਰ ਦਾ ਪਰਿਤਿਆਗ ਕਰਤਾ, ਇਉਂ ਜਿਵੇਂ ਸੱਪ ਕੁੰਜ ਤਿਆਗ ਦਿੰਦਾ ਹੈ। ਸੱਚਖੰਡ ਚਲੇ ਗਏ। ਸਵੇਰੇ ਜਦੋਂ ਦਰਵਾਜ਼ਾ ਖੋਲ ਕੇ ਦੇਖਿਆ ਤੇ ਮਹਾਂਪੁਰਖ ਚੌਂਕੜਾ ਮਾਰ ਕੇ ਬੈਠੇ, ਪਰ ਅੰਦਰੋਂ ਕੋਈ ਹਿਲਜੁਲ ਨਹੀਂ ਹੈ ਸਰੀਰ ਦੀ। ਜਥੇ ਵਾਲਿਆਂ ਨੇ ਦੇਖਿਆ ਕਿ ਇਹ ਤਾਂ ਭਾਣਾ ਵਰਤ ਗਿਆ, ਮਹਾਂਪੁਰਖਾਂ ਨੇ ਸਰੀਰ ਦਾ ਪਰਿਤਿਆਗ ਕਰਤਾ। ਉਸੇ ਵੇਲੇ ਬਰਾਗ ਦੇ ਹੰਝੂ ਸਾਰੇ ਹੀ ਬਰਾਗ ਵਿੱਚ ਆ ਗਏ। ਹੌਲੀ ਹੌਲੀ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਰਾੜੇ ਵਾਲੇ ਸੰਤ ਸਰੀਰ ਛੱਡ ਕੇ ਅੱਜ ਤੋਂ 47 ਸਾਲ ਪਹਿਲਾਂ। ਤੇ ਪੰਜਾਬ ਦੀਆਂ ਸੰਗਤਾਂ ਨੂੰ ਪਤਾ ਲੱਗ ਗਿਆ, ਦੇਸ਼ਾਂ ਵਿਦੇਸ਼ਾਂ 'ਚ ਪਤਾ ਲੱਗ ਗਿਆ। ਫਿਰ ਉਹ ਸਮਾਂ ਜਿਨ੍ਹਾਂ ਨੇ ਅੱਖਾਂ ਨਾਲ ਦੇਖਿਆ ਹੋਵੇਗਾ ਨਾ 1975 ਦੇ ਵਿੱਚ, ਉਹੀ ਜਾਣਦੇ ਆ, ਪਿਆਰ ਵਾਲੇ ਜਾਣਦੇ ਆ ਵੀ ਉਹ ਵਿਛੋੜੇ ਦਾ ਦੁੱਖ ਕਿਵੇਂ ਚੱਲਿਆ। ਵਿਛੋੜਾ ਸੁਣੇ ਦੁੱਖ ਬਹਿਣ ਡਠੇ ਮਾਰੇ ਓਦ ਆਵਾਜ਼, ਪਿਆਰੇ ਆਪਣੇ ਬਿਰਹੀ ਨਾ। ਸਭ ਤੋਂ ਵੱਡਾ ਦੁੱਖ ਹੈ ਵਿਛੋੜੇ ਦਾ। 4 ਤਰ੍ਹਾਂ ਦੇ ਦੁੱਖ ਨੇ ਗੁਰਬਾਣੀ ਵਿੱਚ ਦੱਸੇ। ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗੈ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ। ਇਹ 4 ਦੁੱਖ ਨੇ, ਪਰ ਸਾਰਿਆਂ ਤੋਂ ਵੱਡਾ ਦੁੱਖ ਹੈ ਜਿਸ ਨੂੰ ਲੱਗਦਾ ਇਹ ਤਾਂ ਵਿਛੋੜਾ, ਉਹੀ ਜਾਣਦਾ। ਪੜੋ ਆਖਰੀ ਧਾਰਨਾ। ਫਿਰ ਆਉਣ ਵਾਲਾ ਸਮਾਂ ਸਤਿਕਾਰਯੋਗ ਬਾਬਾ ਪਰਮਪ੍ਰੀਤ ਸਿੰਘ ਜੀ, ਇਹਨਾਂ ਕੋਲੋਂ ਆਪਾਂ ਸਰਵਣ ਕਰੀਏ, ਲਾਹੇ ਪ੍ਰਾਪਤ ਕਰੋ। ਜਿਹੜੀ ਸੰਗਤ ਅਜੇ ਤੱਕ ਨਹੀਂ ਪਹੁੰਚੀ, ਜਲਦੀ ਤੋਂ ਜਲਦੀ। ਰਾਤ ਵੀ ਬਹੁਤੀਆਂ ਬੇਨਤੀਆਂ ਕੀਤੀਆਂ ਪਰ ਸੰਗਤ ਤੇ ਅਸਰ ਨਹੀਂ ਹੋਇਆ ਬੇਨਤੀਆਂ ਦਾ। ਇਸ ਕਰਕੇ ਸਮੇਂ ਨਾਲ ਗੁਰੂ ਚਰਨਾਂ ਵਿੱਚ ਆਓ, ਤਾਂ ਜੋ ਜਥੇ ਨੂੰ ਵੀ ਆਨੰਦ ਆਵੇ ਕੀਰਤਨ ਕਰਨ ਦਾ ਤੇ ਸੰਗਤ ਨੂੰ ਵੀ ਆਨੰਦ ਬਣ ਜੇ। ਤੋ ਸਮੇਂ ਦੀ ਸੰਭਾਲ ਕਰੀਏ ਔਰ ਰਹਿੰਦਾ ਸਮਾਂ ਸਫਲਾ ਕਰੋ। ਸਾਰੇ ਭੁੱਲਾਂ ਚੁੱਕਾਂ ਦੀ ਖਿਮਾ। ਸਾਰਿਆਂ ਦਾ ਧੰਨਵਾਦ, ਪ੍ਰਬੰਧਕਾਂ ਦਾ ਧੰਨਵਾਦ, ਗੁਰੂ ਦੇ ਪਿਆਰੇ ਗੁਰਸਿੱਖਾਂ ਦਾ, ਸੇਵਾਦਾਰਾਂ ਦਾ ਔਰ ਮਾਈਆਂ ਬੀਬੀਆਂ ਦਾ ਜਿਨ੍ਹਾਂ ਨੇ ਅੱਗੇ ਹੋ ਕੇ ਉਪਰਾਲਾ ਕੀਤਾ। ਸਾਰੀ ਨਗਰ ਨਿਵਾਸੀ, ਇਲਾਕਾ ਨਿਵਾਸੀ ਸੰਗਤ ਦਾ ਧੰਨਵਾਦ ਜਿਹੜੇ ਆਏ ਸਾਲ ਲਾਹੇ ਪ੍ਰਾਪਤ ਕਰਦੇ ਹੋ। ਮਹਾਰਾਜ ਕਿਰਪਾ ਕਰਨ, ਇਸੇ ਤਰ੍ਹਾਂ ਸੰਗਤਾਂ ਨੂੰ ਜੋੜ ਕੇ ਰੱਖਣ। ਮਹਾਂਪੁਰਖਾਂ ਦੇ ਜਾਣ ਦਾ ਸਮਾਂ ਔਰ ਬੈਰਾਗ ਦਾ ਜੋ ਸਮਾਂ, ਇਹ ਧਾਰਨਾ ਦੁਆਰਾ ਆਪਾਂ ਹਾਜ਼ਰੀ ਲਵਾ ਕੇ ਮਹਿਸੂਸ ਕਰੀਏ, ਫਿਰ ਆਉਣ ਵਾਲੇ ਸਮੇਂ ਤੋਂ ਲਾਹਾ ਪ੍ਰਾਪਤ ਕਰੀਏ। ਜਿਸ ਤਨ ਲੱਗੀਆਂ ਸੋਈ ਤਨ ਜਾਣੇ, ਕਿਸੇ ਦੀ ਲੱਗੀ ਕੌਣ ਜਾਣਦਾ। ਲੱਗੀਆਂ ਸੋਈ ਤਨ ਜਾਣੇ, ਕਿਸੇ ਦੀ ਲੱਗੀ ਕੌਣ ਜਾਣਦਾ। ਲੱਗੀਆਂ ਸੋਈ ਤਨ ਜਾਣੇ, ਕਿਸੇ ਦੀ ਲੱਗੀ ਕੌਣ ਜਾਣਦਾ। ਜਿਸ ਤਨ
ਲੱਗੀਆ ਸੋਈ ਤਨ ਜਾਣੇ, ਕਿਸੇ ਦੀ ਲੱਗੀ ਕੌਣ ਜਾਣਦਾ। ਲੱਗੀਆਂ ਸੋਈ ਤਨ ਜਾਣੇ, ਕਿਸੇ ਦੀ ਲੱਗੀ ਕੌਣ ਜਾਣਦਾ। ਜਿਸ ਤਨ ਲੱਗੀਆਂ ਸੋਈ ਤਨ ਜਾਣੇ, ਕਿਸੇ ਦੀ ਲੱਗੀ ਕੌਣ ਜਾਣਦਾ। ਰੱਬਾ ਫੇਰ ਵੀ ਕਰਾ ਦੀ ਕਿਤੇ ਮਿਲੇ ਇਹੋ ਜਿਹੇ ਸਾਧੂਆਂ ਦੇ, ਫੇਰ ਵੀ ਕਰਾ ਦੀ ਮੇਲੇ ਇਹੋ ਜਿਹੇ ਸਾਧੂਆਂ ਦੇ। ਫੇਰ ਵੀ ਕਰਾ ਦੀ ਮੇਲੇ ਇਹੋ ਜਿਹੇ ਸਾਧੂਆਂ ਦੇ। ਰੱਬਾ ਫੇਰ ਵੀ ਕਰਾ ਦਈ ਮੇਲੇ ਇਹੋ ਜਿਹੇ ਸਾਧੂਆਂ ਦੇ। ਕਰਾ ਦੀ ਮੇਲੇ ਇਹੋ ਜਿਹੇ ਸਾਧੂਆਂ ਦੇ। ਰੱਬਾ ਫੇਰ ਵੀ ਕਰਾ ਦਈ ਮੇਲੇ ਇਹੋ ਜਿਹੇ ਸਾਧੂਆਂ ਦੇ। ਰੱਬਾ ਫੇਰ ਵੀ ਕਰਾਵੀ ਕਿਤੇ ਮੇਲੇ ਸਾਧੂਆਂ ਦੇ। ਸਾਨੂੰ ਫੇਰ ਵੀ ਕਰਾ ਦੀ ਕਿਤੇ ਮੇਲੇ ਸਾਧੂਆਂ ਦੇ। ਫੇਰ ਵੀ ਕਰਾ ਦਈ ਮੇਲੇ ਇਹੋ ਜਿਹੇ ਸਾਧੂਆਂ ਦੇ। ਫੇਰ ਵੀ ਕਰਾ ਦਈ ਮੇਲੇ ਇਹੋ ਜਿਹੇ ਸਾਧੂਆਂ ਦੇ। ਜਿਨ੍ਹਾਂ ਦੇ ਸੰਦੜਿਆਂ ਦੁਰਮੁਖ ਵੰਜੈ ਮਿੱਤਰ ਸਾਡੜੇ ਸੇਈ ਥਾਂ ਟੁੰਡੇ ਦੀ ਜਗ ਸਬਾਇਆ ਜਨ ਨਾਨਕ ਦਰਲੇ। ਕਿਤੇ ਇਹੋ ਜੇ ਰੱਬ ਦੇ ਪਿਆਰੇ ਸ਼੍ਰੀਮਾਨ ਸੰਤ ਬਾਬਾ ਈਸਰ ਸਿੰਘ ਜੀ ਰਾੜਾ ਸਾਹਿਬ ਵਾਲੇ ਮਹਾਪੁਰਖਾਂ ਦਾ ਕਿਤੇ ਫੇਰ ਵੀ ਇਹੋ ਜਿਹੇ ਸਾਧੂ ਮਿਲ ਜਾਣ, ਦਰਸ਼ਨ ਹੋ ਜਾਣ। ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪ ਹੈ ਮੇਲੇ। ਮਹਾਰਾਜ ਫਿਰ ਕਿਰਪਾ ਕਰਨਗੇ। ਸੋ ਆਓ ਸਤਿਕਾਰਯੋਗ ਸੰਤ ਬਾਬਾ ਪਰਮਪ੍ਰੀਤ ਸਿੰਘ ਜੀ ਖਾਲਸਾ ਨਥਮਲਪੁਰ ਵਾਲੇ ਕਈ ਸਾਲ ਪਹਿਲਾਂ ਭਮਦੀ ਮਹਾਂਪੁਰਖਾਂ ਦਾ ਸਮਾਗਮ ਕਰਾਇਆ। ਕਈ ਦਿਨ ਉਦੋਂ ਤਾਂ ਬਹੁਤ ਨਿੱਕੀ ਉਮਰ ਸੀ ਮਹਾਂਪੁਰਖਾਂ ਦੀ, ਉਦੋਂ ਮਿਲਾਪ ਹੋਇਆ, ਉਦੋਂ ਮੇਲਾ ਹੋਇਆ ਕਹਿ ਦੋ। ਤੇ ਉਦੋਂ ਮਿਲਣ ਦਾ ਸਮਾਂ ਮਿਲਿਆ ਤੇ ਬੜੇ ਕਹਿ ਦਈਏ ਮਹਾਰਾਜ ਦੀ ਕਿਰਪਾ ਦੇ ਬਚਨ ਔਰ ਆਨੰਦਮਈ ਰਸ ਭਿੰਨਾ ਕੀਰਤਨ ਉਦੋਂ ਤੋਂ ਕਰਦੇ ਨੇ, ਬਚਪਨ ਤੋਂ ਲੈ ਕੇ ਹੁਣ ਤੱਕ। ਔਰ ਇਸੇ ਤਰ੍ਹਾਂ ਮਹਾਰਾਜ ਕਿਰਪਾ ਕਰਨ, ਗੁਰੂ ਦਾ ਜਾਸ ਕਰਨ ਦਾ ਬਲ ਸਦਾ ਚੜ੍ਹਦੀ ਕਲਾ ਮਹਾਰਾਜ ਦੀ ਬਖਸ਼ਿਸ਼ ਕਰਨ। ਆਉਣ ਵਾਲੇ ਸਮੇਂ ਤੋਂ ਲਾਹੇ ਪ੍ਰਾਪਤ ਕਰੋ, ਭੁੱਲਾਂ ਚੁੱਕਾਂ ਦੀ ਖਿਮਾ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼ੁਕਰਾਨਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ, ਜਿਨ੍ਹਾਂ ਦੀ ਅਪਾਰ ਕਿਰਪਾ ਸਦਕਾ ਮਹਾਂਪੁਰਖਾਂ ਦੀ ਸਾਲਾਨਾ ਵਰਸੀ ਮਨਾਉਣ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ। ਬਾਬਾ ਜੀ ਬਾਬਾ ਰਮਨਦੀਪ ਸਿੰਘ ਜੀ ਰਾੜਾ ਸਾਹਿਬ ਭਿੱਖੀ ਵਾਲੇ ਮਹਾਂਪੁਰਖਾਂ ਨੇ 3 ਦਿਨਾਂ ਦੇ ਦੀਵਾਨ ਸਜਾਏ ਨੇ, ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਿਆ। ਬਹੁਤ ਧੰਨਵਾਦ। ਆਪਣੇ ਜੱਥੇ ਸਮੇਤ ਪਹੁੰਚੇ ਨੇ ਤੇ ਮੈਂ ਪ੍ਰਬੰਧਕਾਂ ਨੂੰ ਬੇਨਤੀ ਕਰਦਾ ਕਿ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਬਾਬਾ ਰਮਨਦੀਪ ਸਿੰਘ ਜੀ ਰਾੜਾ ਸਾਹਿਬ ਭਿੱਖੀ ਵਾਲੇ ਮਹਾਂਪੁਰਖਾਂ ਨੂੰ ਸਨਮਾਨਿਤ ਕਰਨਾ। ਮੈਂ ਜਿੰਨੇ ਸਾਡੇ ਪ੍ਰਬੰਧਕ ਨੇ ਮੈਂ ਉਹਨਾਂ ਨੂੰ ਬੇਨਤੀ ਕਰਾਂ ਕਿ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਆ ਜਾਣ ਜੀ। ਜਿੰਨੇ ਵੀ ਪ੍ਰਬੰਧਕ ਨੇ, ਅਵਤਾਰ ਸਿੰਘ ਜੀ ਤੇ ਬਹੁਤ ਧੰਨਵਾਦ। ਬੜਾ ਕੀਮਤੀ ਸਮਾਂ ਮਹਾਂਪੁਰਖਾਂ ਨੇ ਕੱਢਿਆ। ਦੇਖੋ 2 ਦਿਨ ਦੇ ਰਾਤਰੀ ਦੀਵਾਰ ਸੀ, ਅੱਜ ਦਿਨ ਦਾ ਦੀਵਾਨ ਸੀ। ਮਹਾਂਪੁਰਖਾਂ ਨੇ ਬੜਾ ਆਨੰਦਮਈ ਸ਼ਾਂਤਮਈ ਕੀਰਤਨ ਸਜਾਇਆ। ਮਹਾਂਪੁਰਖਾਂ ਨੇ
ਤੇ ਮੈਂ ਪ੍ਰਬੰਧਕਾਂ ਨੂੰ ਬੇਨਤੀ ਕਰਾਂ ਬਾਬਾ ਜੀ ਹੋਰਾਂ ਨੂੰ ਸਨਮਾਨ ਚਿੰਨ੍ਹ ਜੋ ਪ੍ਰਬੰਧਕ ਨੇ ਉਹ ਦੇਣਗੇ। ਬਾਬਾ ਰਮਨਦੀਪ ਸਿੰਘ ਜੀ ਰਾੜਾ ਸਾਹਿਬ ਭਿੱਖੀ ਵਾਲੇ ਮਹਾਂਪੁਰਖਾਂ ਨੂੰ। ਪ੍ਰਬੰਧਕਾਂ ਨੂੰ ਬੇਨਤੀ ਹੈ ਕਿ ਜਿੰਨੇ ਵੀ ਮੇਰੇ ਵੀਰ ਬੈਠੇ ਨੇ ਉਹ ਵੀ ਨਾਲ ਆ ਜਾਣ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਬਹੁਤ ਬਹੁਤ ਧੰਨਵਾਦ ਪ੍ਰਬੰਧਕਾਂ ਦਾ, ਸਾਰੇ ਨਗਰ ਨਿਵਾਸੀਆਂ ਦਾ। ਇਹ ਜੋ ਸਮਾਗਮ ਹੈ ਸਾਰੇ ਹੀ ਨਗਰ ਦਾ, ਇਲਾਕਾ ਨਿਵਾਸੀਆਂ ਨੇ ਰਲ ਮਿਲ ਕੇ ਸਮਾਗਮ ਕਰਵਾਉਣਾ ਕੀਤਾ। ਤੇ ਸਾਡੇ ਵਿਚਕਾਰ ਮਹਾਂਪੁਰਖ ਬਾਬਾ ਪਰਮਪ੍ਰੀਤ ਸਿੰਘ ਜੀ ਖਾਲਸਾ ਨਥਮੁਲਪੁਰ ਵਾਲੇ ਮਹਾਂਪੁਰਖ ਦਰਬਾਰ ਸਾਹਿਬ ਦੇ ਵਿੱਚ ਪਹੁੰਚ ਚੁੱਕੇ ਨੇ। ਮੈਂ ਜਿੱਥੇ ਤੱਕ ਵੀ ਮੇਰੀ ਆਵਾਜ਼ ਜਾਂਦੀ ਹੋਵੇ, ਮੇਰੀਆਂ